I'm your host Rupinder Singh from nripress.com and nripress.club. So first of all, we welcome all our participants. So our today's hot topic is Adani Group, a man-made disaster in making. It is losses $50 billion in market. So in this, here will be the questions, the who will be behind the Hindenburg, who put the report for company that is sorting the Adani. And Adani shares plunges, you can see that the market shares has been got down below 20%. So there is a lot of happening in the market. So ਇਹਦੇ ਵਿੱਚ ਅਸੀਂ ਹੁਣ ਅੱਗੇ ਫਰਦਰ ਦੇ ਵਿੱਚ ਡਿਟੇਲ ਕਰਾਂਗੇ ਤੇ ਮੈਂ ਰਿਕੁਐਸਟ ਕਰਦਾ ਅਗੈਰੀ ਜੀ ਨੂੰ ਕਿ ਉਹ ਇਸ ਟੌਪਿਕ ਦੇ ਉੱਪਰ ਥੋੜੇ ਆਪਣੇ ਬਾਰੇ ਆਪਣੇ ਵਿਚਾਰ ਦੇਣ। Okay, thank you, Rupinder ji, Rupi sahab. Gentlemen, I'm Gary Singh Garewal from NRA Press Club Associate from Los Angeles, California. Topic बड़ा hot ਚੱਲ ਰਿਹਾ worldwide ਕਿ $50 billion ਦਾ ਲਾਸ ਹੋ ਜਾਣਾ ਮਾਰਕੀਟ ਦੇ ਵਿੱਚ, ਜਦ ਕਿ ਅਡਾਨੀ ਸਾਹਿਬ ਬਹੁਤ ਰਿਚੈਸਟ ਪਰਸਨ ਕੰਸੀਡਰ ਕੀਤੇ ਜਾਂਦੇ ਸੀ। ਪਰ ਯੂਐਸ ਦੀ ਕੰਪਨੀ ਨੇ ਕਿਸੇ ਦੀ ਹੋਰ ਤਾਂ ਹਿੰਮਤ ਨਹੀਂ ਪਈ, ਪਤਾ ਨਹੀਂ ਕੀ ਗੱਲ ਹੈ ਕਿ ਬਾਕੀ ਯੂਐਸ ਦੀ ਕੰਪਨੀ ਨੇ ਜਿਹੜੀ ਕਿ ਹਿੰਡਨਬਰਗ ਹੈਗੀ ਆ, ਜਿਹੜੀ ਕਿ ਬਹੁਤ ਫਾਈਨੈਂਸ਼ੀਅਲੀ ਰਿਸਰਚ ਫਰਮ ਹੈਗੀ ਆ, ਜਿਹੜੀ ਕਿ ਉਹ ਬੜੀ ਜਿੰਨੇ ਵੀ ਲੋਕ ਬਿਜ਼ਨਸਮੈਨ ਰੋਂਗ ਡੂਇੰਗ ਕਰ ਰਹੇ ਨੇ ਵਰਲਡ ਵਾਈਡ, ਇਟਸ ਨਾਟ ਓਨਲੀ ਫਾਰ ਇੰਡੀਆ, ਕੋਈ ਫਰਾਡ ਕਰ ਰਹੇ ਆ ਜਾਂ ਕੋਈ ਕਿਸੇ ਕਿਸਮ ਦੀ ਵੀ ਵਰਲਡ ਵਾਈਡ ਉਹਨਾਂ ਨੂੰ ਲੱਗਦਾ ਹੈਗਾ। ਉਹਨਾਂ ਨੇ ਕਾਫੀ ਮੇਰੇ ਕੋਲ ਮਾਡਲ ਹੈਗਾ ਜਿਹਦੇ ਵਿੱਚ ਬੜੀ ਸਕਸੈਸ ਸਟੋਰੀਆਂ ਹੈਗੀਆਂ। ਉਹਨਾਂ ਨੇ ਇੱਥੇ ਵੀ ਬਹੁਤ ਬੰਦੇ ਪਕੜੇ ਆ ਕਿ ਸਾਰੇ ਝੂਠ ਫਾਨ ਭਰ ਕੇ ਉਹਨਾਂ ਨੇ ਵੱਡੇ ਆਪਣੇ ਸ਼ੇਅਰ ਵੀ ਮੈਨੀਪੂਲੇਟ ਕੀਤੇ, ਹੋਰ ਕੀਤੇ ਆ। ਪਰ ਦੇ ਡਿਡ ਫਾਰ ਇੰਡੀਆ ਆਲਸੋ ਫਾਰ ਅਡਾਨੀ। ਹੁਣ ਇੱਕਦਮ ਉਹਦੀ ਲੋਕਾਂ ਨੇ ਵਰਲਡ ਵਾਈਡ ਕੰਸੀਡਰ ਕੀਤਾ ਬਈ ਉਹ ਸੱਚ ਬੋਲਦੇ ਹੋਣੇ ਆ, ਇਸ ਕਰਕੇ ਇਮੀਡੀਏਟਲੀ ਜਿਹੜੇ ਸ਼ੇਅਰ ਸੀਗੇ ਅਡਾਨੀ ਸਾਹਿਬ ਦੇ, ਵੱਡੀਆਂ ਵੱਡੀਆਂ 6 ਕੰਪਨੀਆਂ ਸੀਗੀਆਂ, ਉਹਨਾਂ ਦੇ ਬਿਲਕੁਲ ਡਾਊਨ ਸ਼ੁਰੂ ਹੋ ਗਏ ਹੋਣ, ਜਿਹਦੇ ਵਿੱਚ $50 ਬਿਲੀਅਨ ਲਾਸ ਹੋ ਜਾਣਾ ਬਹੁਤ ਵੱਡੀ ਚੀਜ਼ ਆ। ਇਹ ਤਾਂ ਬੜਾ ਕੰਟਰੀ ਉੱਪਰ ਹੇਠਾਂ ਹੋ ਸਕਦਾ। ਹੁਣ ਮੰਡੇ ਨੂੰ ਪਤਾ ਲੱਗੇਗਾ ਇਸ ਤੋਂ ਬਾਅਦ। ਪਿਸ਼ੌਰਾ ਸਿੰਘ ਜੀ, ਕਾਫੀ ਰਿਸਰਚ ਲੋਕ ਕਰ ਰਹੇ ਨੇ, ਪਰ ਤੁਸੀਂ ਆਪਦੇ ਆਈਡੀਆ ਦੱਸੋ ਕਿ ਐਨਆਰਆਈ ਕੀ ਕੰਸੀਡਰ ਕਰਦੇ ਨੇ ਵਰਲਡ ਵਾਈਡ? ਵੇਖੋ, ਮੈਂ ਤਾਂ ਐਨਆਰਆਈ ਤਾਂ ਜ਼ਰੂਰ ਹੈਗਾ, ਪਰ you know, I'm a poet and a singer and community activist. ਮੇਰੇ ਵਾਸਤੇ ਤਾਂ ਏਡਾ ਵੱਡਾ ਸਕੈਂਡਲ ਹੈ ਜਿਹੜਾ ਉਹ ਇਮੇਜਿਨ ਕਰਨਾ ਹੀ, ਉਹਦੇ ਬਾਰੇ ਸੋਚਣਾ ਜਿਹੜਾ ਉਹ ਬੜੀ ਬਹੁਤ ਦੂਰ ਦੀ ਗੱਲ ਹੈ। ਮੈਂ ਤਾਂ 1000 ਤੋਂ ਵੱਧ ਜਿਹੜਾ ਨਾ ਉਹ ਗਿਣਤੀ ਜਿਹੜੀ ਉਹ ਕਰਨੀ ਬੜੀ ਔਖੀ ਹੋ ਜਾਂਦੀ ਹੈ। 50 ਬਿਲੀਅਨ ਦਾ ਘਾਟਾ ਜਿਹੜਾ ਉਹ ਪੈ ਜਾਣਾ, ਉਹ ਮਤਲਬ ਇਹ ਤਾਂ ਪਤਾ ਨਹੀਂ ਕੌਣ ਐਕਸਪਲੇਨ ਕਰੇਗਾ ਸਾਰੇ ਲੋਕਾਂ ਨੂੰ ਕਿ ਲੋਕਾਂ ਦਾ ਇਹਦੇ 'ਚ। ਤੇ ਜੇ ਲੋਕ, ਮੈਂ ਸਮਝਦਾ ਵੀ ਉਹ ਜਿਹੜੇ ਆਂਦੇ ਸੀ ਵੀ ਅਦਾਨੀਆਂ ਨੇ ਬੜੀ ਹੱਥ ਚੁੱਕੀ, ਇਹਨਾਂ ਦਾ ਕੱਖ ਨਾ ਰਵੇ, ਤੇ ਉਹ ਉਹਨਾਂ ਦੀ ਅਰਦਾਸ ਸ਼ਾਇਦ ਪੂਰੀ ਹੋ ਰਹੀ ਹੈ ਉਧਰਲੇ ਪਾਸੇ। ਪਰ ਹੁਣ ਮੈਨੂੰ ਲੱਗਦਾ ਵੀ ਚੀਕਾਂ ਜਿਹੜੀਆਂ ਉਹ ਲੋਕਾਂ ਦੀਆਂ ਨਿਕਲਣਗੀਆਂ, ਕਿਉਂਕਿ ਪੈਸਾ ਜਿਹੜਾ ਸੀ ਉਹ ਲੱਗਦਾ ਇੰਝ ਜੇ ਮਤਲਬ ਇਕਨੋਮਿਸਟ ਨੂੰ ਜਾਂ ਫਾਈਨੈਂਸ਼ੀਅਲ ਜਿਹੜੇ ਵਿਜ਼ਕੇਟਸ ਨੇ ਆਪਣੇ ਤੋਂ ਜ਼ਿਆਦਾ ਜਾਣਦੇ ਨੇ, ਉਹਨਾਂ ਦੀ ਗੱਲ ਜੇ ਸੋਚੀਏ ਸੁਣੀਏ ਤਾਂ ਉਹ ਚੈਨਲ ਤੇ ਇਹੋ ਹੀ ਲੱਗਦਾ ਵੀ ਇਹ ਪੈਸਾ ਅਦਾਨੀ ਦਾ ਨਹੀਂ ਹੈ, ਤੁਹਾਡਾ ਹੀ ਪੈਸਾ। ਤੇ ਹੁਣ ਤਾਂ ਮੈਨੂੰ ਇਹ ਲੱਗਦਾ ਵੀ ਜਿਹੜੇ ਕਹਿੰਦੇ ਸੀ ਵੀ ਪਹਿਲੋਂ ਕਹਿੰਦੇ ਰਹੇ ਵੀ ਅਦਾਨੀਆਂ ਦਾ ਜਿਹੜਾ ਉਹ ਕੱਖ ਨਾ ਰਵੇ, ਹੁਣ ਉਹ ਸ਼ਾਇਦ ਅਖੰਡ ਪਾਠ ਕਰਾਉਣਗੇ ਵੀ ਯਾਰ ਇਹ ਡੋਬੀ ਨਾ ਜਾਣ, ਨਹੀਂ ਤੇ ਸਾਨੂੰ ਇਹ ਮਾਰ ਦੇਣਗੇ ਇਹਦੇ ਨਾਲ, ਕਿਉਂਕਿ ਉਹ ਬੈਂਕਾਂ ਦਾ ਪੈਸਾ ਹੀ ਆ, ਪੈਸਾ ਉਹ ਇੰਸ਼ੋਰੈਂਸ ਕੰਪਨੀਆਂ ਦਾ, ਪੈਸਾ ਉਹ ਪੈਨਸ਼ਨ ਫੰਡਸ ਦਾ ਜਿਹਦੇ ਸ਼ੇਅਰ ਖਰੀਦੇ ਨੇ। ਔਰ ਸ਼ੇਅਰ ਜਿਹੜੇ ਨੇ, ਇੱਕ ਚੈਨਲ ਤੇ ਕੋਈ ਕਹਿ ਰਿਹਾ ਸੀ ਕਿ ਉਹ ਸ਼ੇਅਰ ਉਹ ਐਕਚੁਅਲੀ ਪਿੱਤਲ ਸੀ ਜਿਹੜਾ ਉਹਨੇ ਸੋਨਾ ਕਰਕੇ ਜਿਹੜਾ ਇਹਨਾਂ ਸਾਰਿਆਂ ਨੂੰ ਵੇਚਿਆ, ਔਰ ਉਹ ਪੈਸੇ ਤਾਂ ਉਹ ਲੋਕਾਂ ਦੇ ਹੀ ਆ, ਤੇ ਜੇ ਉਹ ਡੁੱਬ ਗਿਆ ਤੇ ਫਿਰ ਉਹ ਵੀ ਨਾਲ ਡੁੱਬ ਜਾਣ। ਬੇਸਿਕਲੀ ਜਿਹੜੀ ਉਹ ਹਿੰਡਨਬਰਗ ਰਿਸਰਚ ਰਿਪੋਰਟ ਹੈਗੀ, ਉਹ ਬੜੀ ਰਿਪਿਊਟਡ ਕੰਪਨੀ ਹੈ, ਇੰਟਰਨੈਸ਼ਨਲ ਵਾਚਡੌਗ ਹੈਗੀ, ਔਰ ਉਹਨਾਂ ਨੇ ਬੇਸਿਕਲੀ 2 ਗੱਲਾਂ ਹੀ ਜਿਹੜੀਆਂ ਉਹ ਕੱਢੀਆਂ ਇਹਦੇ ਕਿ ਇਟਸ ਅਲੈਜਡ ਅਕਾਊਂਟਿੰਗ ਫਰਾਡ ਐਂਡ ਇਟਸ ਬ੍ਰੇਜ਼ਨ ਸਟਾਕ ਮੈਨੀਪੂਲੇਸ਼ਨ। ਤੇ ਉਹ ਕਾਗਜ਼ਾਂ ਦੇ ਵਿੱਚ ਹੀ ਕਾਲਾ ਮਾਲਾ ਕਰਕੇ ਤੇ ਸਾਰਾ ਕੁਝ ਜਿਹੜਾ ਬੀਫ ਅਪ ਕਰਕੇ ਤੇ ਉਹਦੇ 'ਚ ਉਹ ਫਰਾਡ ਹੈਗਾ। ਹੁਣ ਇਹ ਤਾਂ ਜਿਹੜੇ ਉਹਨਾਂ ਨੇ 80 ਕੁਐਸਚਨ ਪੁੱਛੇ ਆ, ਉਹਦੇ ਜਵਾਬ ਕਿਵੇਂ ਦਿੰਦੇ ਆ, ਉਦੋਂ ਤੋਂ ਲੋਕਾਂ ਨੂੰ ਡਿਟੇਲ ਦਾ ਪਤਾ ਲੱਗੇਗਾ ਵੀ ਐਕਚੁਅਲ ਜਿਹੜੀ ਆ ਉਹ ਗੱਲ ਕੀ ਆ। ਔਰ ਇਹ ਸਾਰਾ ਜਿਹੜਾ ਜੇ ਇਹਨੂੰ ਕੋਈ ਮੰਨ ਲਓ ਕਿ ਇਹ ਕੋਈ ਸਕੈਂਡਲ ਸੀ ਤਾਂ ਇਹਦਾ ਰੂਟ ਕਾਜ਼ ਕੀ ਹੈ, ਇਹਦੇ ਗ੍ਰਾਸ ਰੂਟ ਕੀ ਹੈ, ਉਹਦੇ ਨਾਲ ਹੋਰ ਕਈ ਕੁਝ ਜਿਹੜਾ ਉਹ ਫਿਰ ਲਪੇਟਿਆ ਜਾਵੇਗਾ। ਹਾਂਜੀ, ਇਹ ਬਿਲਕੁਲ ਠੀਕ ਹੈ, ਕਿਉਂਕਿ ਆਇਆ ਵੀ ਜਿਵੇਂ ਤੁਸੀਂ ਦੱਸਿਆ, ਹੁਣ ਇਹਦੇ ਨਾਲ ਕਿੰਨੇ ਕੁਛ ਲਪੇਟਿਆ ਜਾਊਗਾ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ, ਕਿਉਂਕਿ ਇਹ ਤਾਂ ਇੱਕ ਐਂ ਲੱਗ ਰਿਹਾ ਵੀ ਇਹ ਇੱਕ ਪੰਡੋਰਾ ਬਾਕਸ ਟਾਈਪ ਹੀ ਲੱਗ ਰਿਹਾ। ਇੱਕ ਪ੍ਰੋਬਲਮ ਆ
ਤੇ ਜੋ ਇਹ ਖੁੱਲਦੀ ਆ ਤਾਂ ਉਹਦੇ ਨਾਲ ਹੋਰ ਬਹੁਤ ਜਿਹੜੀਆਂ ਤੰਦਾਂ ਹੋਣਗੀਆਂ ਉਹ ਵੀ ਖੁੱਲਣਗੀਆਂ। ਜੇ ਆਪਾਂ ਇਹਦੀ ਬੇਸਿਕ ਸਟੈਟਸ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਆ ਜਾਂਦਾ ਜਿਹੜੀ ਉਹਨਾਂ ਨੇ ਰਿਪੋਰਟ ਦਿੱਤੀ ਆ ਉਹਦੇ ਵਿੱਚ ਉਹਨਾਂ ਨੇ ਇੱਕ ਮਤਲਬ ਟੋਟਲ 88 ਕੁਐਸਚਨ ਦਿੱਤੇ ਨੇ, ਪੁੱਛੇ ਨੇ ਡਾਇਰੈਕਟਲੀ। ਜਦੋਂ ਇੱਕ ਵਾਰੀ ਉਹਨਾਂ ਨੇ ਰਿਪੋਰਟ ਆਪਣੀ ਪਬਲਿਸ਼ ਕਰਤੀ, ਉਸ ਤੋਂ ਕੁਝ ਘੰਟਿਆਂ ਬਾਅਦ ਉਹਨਾਂ ਨੇ ਕਿਹਾ ਵੀ ਹਾਂ ਇਸਦਾ ਕੋਈ ਜਵਾਬ ਦਿਓ। ਤਾਂ ਇਹਨਾਂ ਨੇ ਆਪਣਾ ਇੱਕ ਤਾਂ ਡਿਲੇ ਕੀਤਾ, ਜਵਾਬ ਵੀ ਬਹੁਤ ਲੇਟ ਦਿੱਤਾ। ਜਦੋਂ ਜਵਾਬ ਕੁਝ ਨਹੀਂ ਆਇਆ, ਫਿਰ ਉਹਨਾਂ ਨੇ ਆਪਣੇ ਵੱਲੋਂ ਆਪਣੇ ਇੱਕ ਪੋਸਟ ਵੀ ਪਾਈ ਆਪਣੇ ਅਫੀਸ਼ੀਅਲ ਪੇਜ ਦੇ ਉੱਪਰ ਵੀ ਅਸੀਂ ਤੁਹਾਨੂੰ ਚੈਲੰਜ ਕਰਦੇ ਹਾਂ, ਤੁਸੀਂ ਜੇ ਤੁਹਾਨੂੰ ਸਾਡੇ ਇਹਦੇ 'ਚ ਕੋਈ ਗੜਬੜੀ ਲੱਗਦੀ ਆ ਫਿਰ ਤੁਸੀਂ ਸਾਨੂੰ ਉਹ ਕਰੋ, ਲੀਗਲ ਨੋਟਿਸ ਭੇਜੋ। ਇਹਨਾਂ ਨੇ ਵੀ ਕਿਹਾ ਕਿ ਅਸੀਂ ਲੀਗਲ ਨੋਟਿਸ ਭੇਜਾਂਗੇ। ਤਾਂ ਫਿਰ ਆਇਆ ਵੀ ਉਸ ਤੋਂ ਬਾਅਦ ਜਦੋਂ ਕੁਝ ਨਹੀਂ ਜਵਾਬ ਮਿਲਿਆ ਤਾਂ ਲੋਕਾਂ ਨੂੰ ਥੋੜ੍ਹਾ ਇੱਕ ਡਰ ਜਾ ਪਿਆ ਵੀ ਹਾਂ ਵੀ ਕੁਝ ਨਾ ਕੁਝ ਹੈਗਾ ਗੜਬੜ। ਉਸ ਤੋਂ ਬਾਅਦ ਜਿਹੜੇ ਸ਼ੇਅਰ ਸੀਗੇ ਉਹ ਬਹੁਤ ਜ਼ਿਆਦਾ ਉਹਦੇ ਵਿੱਚ ਟੁੱਟੇ ਨੇ। ਜਿਹੜੇ 3900 ਦੇ ਕਰੀਬ ਸੀਗੇ ਉਹ ਹੁਣ ਮੰਨ ਲਓ ਤੁਸੀਂ ਹੁਣ ਅੱਜ 2700 ਦੇ ਕਰੀਬ ਚੱਲ ਰਹੇ ਨੇ, ਠੀਕ ਹੈ ਜੀ। ਤੇ ਉਹਨਾਂ ਦਾ ਜਿਹੜਾ ਆਪਣਾ ਗ੍ਰਾਫ ਵੀ ਸੀਗਾ, ਕਿਤੇ ਉਹ ਜਿਹੜੀ ਉਹਨਾਂ ਦੀ ਪੋਜੀਸ਼ਨ ਸੀਗੀ ਉਹ 3rd ਸੀਗੀ, ਤੇ ਹੁਣ ਉਹ 7th ਪੋਜੀਸ਼ਨ ਦੇ ਵਿੱਚ ਵਰਲਡ ਦੇ ਰਿਚੈਸਟ ਮੈਨ ਦੇ ਲਿਸਟ ਦੇ ਵਿੱਚ 7th ਪੋਜੀਸ਼ਨ ਤੇ ਡ੍ਰੌਪ ਕਰਕੇ, ਠੀਕ ਹੈ ਜੀ। ਤੇ ਮਤਲਬ ਕਾਫੀ ਕੁਝ ਚੇਂਜ ਹੋ ਰਿਹਾ ਤੇ ਲੋਕਾਂ ਨੂੰ ਹਜੇ ਵੀ ਆਏ ਆ ਵੀ ਕਿਉਂਕਿ ਇੱਥੇ ਆਪਾਂ ਲਾ ਲਈ ਵੀ ਇੰਡੀਆ ਦੇ ਵਿੱਚ ਜਿਹੜੇ ਸ਼ੇਅਰ ਹੋਲਡਰ ਹੈ ਸੀਗੇ, ਕਿਉਂਕਿ ਗਵਰਨਮੈਂਟ ਨੇ ਇਹ ਕੀਤਾ ਹੁੰਦਾ, ਕਿਹਾ ਹੁੰਦਾ ਵੀ ਹਾਂ ਆਪਾਂ ਕਹਿ ਸਕਦੇ ਹਾਂ ਵੀ ਤੁਸੀਂ ਕਿਸੇ ਪਾਸੇ ਇਨਵੈਸਟ ਕਰਨਾ, ਜਿਵੇਂ ਹੁਣ LIC ਹੋ ਗਿਆ, ਇੱਕ ਸਟੇਟ ਬੈਂਕ ਆਫ ਇੰਡੀਆ ਹੋ ਗਿਆ, ਇਹਨਾਂ ਨੇ ਕਾਫੀ ਵੱਡੇ ਉਹਦੇ ਵਿੱਚ ਇਨਵੈਸਟ ਕੀਤਾ ਹੋਇਆ। ਤੇ ਜਿਹੜੇ ਇੱਥੇ ਪਾਲਿਸੀ ਹੋਲਡਰ ਹੋ ਗਏ ਜਾਂ ਜਿਹੜੇ ਇੱਥੇ ਆਮ ਕੰਜ਼ਿਊਮਰ ਹੋ ਗਏ ਜਿਨ੍ਹਾਂ ਨੇ ਉੱਥੇ ਆਪਣੀ ਕੋਈ ਇਨਵੈਸਟਮੈਂਟ ਜਿਹੜੀਆਂ ਬਹੁਤ ਔਖੇ ਉਹਦੇ ਨਾਲ ਕਮਾਏ ਹੋਏ ਪੈਸੇ ਲਾਏ ਹੋਏ ਨੇ, ਤੇ ਉਹਨਾਂ ਨੂੰ ਹੁਣ ਇੱਕ ਫਿਕਰ ਪਿਆ ਹੋਇਆ ਵੀ ਇਹ ਸਾਡਾ ਪਤਾ ਨਹੀਂ ਕੀ ਹੋਊਗਾ। ਕਿ ਲੋਕਾਂ ਨੇ ਤਾਂ ਸਿਰਫ LIC ਤੱਕ ਉਹ ਕੀਤਾ, LIC ਨੇ ਅੱਗੇ ਗਵਰਨਮੈਂਟ ਨੂੰ ਕਿਵੇਂ ਆਪਣੇ ਸ਼ੇਅਰ ਹੋ ਕੀਤੇ, ਇਹ ਚੀਜ਼ਾਂ ਕਾਫੀ ਅੱਗੇ ਦੇਖਣ ਵਾਲੀਆਂ ਬਣਦੀਆਂ ਨੇ। ਇਹਦੇ ਵਿੱਚ ਆਪਾਂ ਫਰਦਰ ਹੋਰ ਡਿਟੇਲ ਲਈ ਡਾਕਟਰ ਹਰਿੰਦਰ ਜੀ ਨੂੰ ਪੁੱਛਦੇ ਹਾਂ ਵੀ ਆਪਾਂ ਹੋਰ ਇਹਦੇ ਵਿੱਚ ਤੁਹਾਨੂੰ ਕੀ ਲੱਗ ਰਿਹਾ ਵੀ ਕੀ ਅੱਗੇ ਸੰਭਾਵਨਾਵਾਂ ਹੈ ਨਹੀਂ ਦੀਆਂ। I just hasten to add, Rupi ji, ਕਿ ਇਹ ਚੱਕਰ ਜਿਹੜਾ ਇਹ ਕਹਾਣੀ ਜਿਹੜੀ ਆਪਾਂ ਵਨ ਸਾਈਡਡ ਸਟੋਰੀ ਵਾਲੀ ਸੁਣੀ ਆ ਹਿੰਡਨਬਰਗ ਰਿਪੋਰਟ ਹੀ, ਉਹਨਾਂ ਦਾ ਦੂਸਰਾ ਪੱਖ ਜਿਹੜਾ ਨਾ ਉਹ ਹਾਲੇ ਸਾਹਮਣੇ ਆਉਣਾ। I think it will be very interesting to see ਵੀ ਦੂਸਰਾ ਪੱਖ ਹੀ ਆਉਂਦਾ। ਉਦੋਂ ਬਾਅਦ ਜਿਹੜਾ ਮੈਂ ਸਮਝਦਾ ਵੀ ਉਹ ਜਿਹੜੀ ਸਾਰਥਕ ਡਿਬੇਟ ਜਿਹੜੀ ਉਹ ਸ਼ੁਰੂ ਹੋਣੀ ਚਾਹੀਦੀ ਹੈ, ਕਿਉਂਕਿ ਹਾਲੇ ਆਪਾਂ ਇੱਕ ਪੱਖ ਹੀ ਸੁਣਿਆ। ਵੈਰੀ ਗੁੱਡ। ਚੀਮਾ ਸਾਹਿਬ ਹਾਂਜੀ ਗੈਰੀ ਤੁਹਾਡੇ ਤੇ ਮੈਂ ਆ ਰਿਹਾ। ਮੈਂ ਇੱਕ ਗੱਲ ਹੋਰ ਹੈਗੀ ਆ ਕਿ ਅਡਾਨੀ ਗਰੁੱਪ ਨੇ ਕਿਹਾ ਜਿਸ ਬੇਸਲੈਸ ਹੈਗਾ ਕਿ ਅਸੀਂ ਤੁਹਾਨੂੰ ਸੂ ਕਰਾਂਗੇ। ਉਹ ਫਿਰ ਜਿਹੜੀ ਇਹ ਹਿੰਦਨਬਰਗ ਹੈਗੀ ਆ ਬੜੀ ਵੱਡੀ ਹਿਸਾਬ ਦੇ ਨਾਲ ਡਰਦੇ ਨਹੀਂ ਹੈ। ਇਹ ਕਹਿੰਦੇ ਕੋਈ ਗੱਲ ਨਹੀਂ, USA ਚ ਆ ਜਾਓ, ਫਿਰ ਇੱਥੇ ਤੁਹਾਨੂੰ ਦੇਖ ਲੈਂਦੇ ਆ, ਕੋਈ ਗੱਲ ਨਹੀਂ। ਇਹਨੇ ਬੜੇ ਪਿਆਰ ਨਾਲ ਉਹਨਾਂ ਨੇ ਕਿਹਾ ਕਿ ਕੋਈ ਕੰਮ ਨਹੀਂ ਆ, ਵੀ ਵਿਲ ਲੁੱਕ ਯੂ, ਡੋਂਟ ਵਰੀ ਅਬਾਊਟ ਇਟ, ਯੂ ਆਨਸਰ ਫॉर दैट। ਹੁਣ ਇਹਦੇ ਵਿੱਚ ਮੈਨੂੰ ਇਹ ਦੱਸੋ ਚੀਮਾ ਸਾਹਿਬ, ਕੋਈ ਦੱਸਦੇ ਆ ਬਈ 10 ਲੱਖ ਤੋਂ ਪੌਣੇ 11 ਲੱਖ ਕਰੋੜ ਦੇ ਜਿਹੜੇ ਅਡਾਨੀ ਦੇ ਸ਼ੇਅਰ ਲੂਜ਼ ਕੀਤਾ, ਪਬਲਿਕ ਨੇ ਲੂਜ਼ ਕੀਤਾ ਹੈਗਾ, ਇਹਦੇ ਵਿੱਚ ਸ਼ੋਅ ਕਰ ਰਹੇ ਆ। ਇਹ ਹੁਣ ਤੁਹਾਡੇ ਮੁਤਾਬਕ, ਤੁਸੀਂ ਵਕੀਲ ਹੈਗੇ ਹੋ, ਕੈਨੇਡਾ ਦੇ ਮਸ਼ਹੂਰ, ਮੈਨੂੰ ਇਹ ਦੱਸੋ ਵੀ ਇਹ ਹੁਣ ਹੋਊਗਾ ਕੀ? ਇਹ ਪਿਸ਼ੌਰਾ ਸਿੰਘ ਨੇ ਕਿਹਾ ਵੀ ਇੱਕ ਵਨ ਮੈਨ ਸਟੋਰੀ ਸੁਣੀ ਆ, ਤੁਹਾਡਾ ਕੀ ਆਈਡੀਆ ਹੈਗਾ ਕੈਨੇਡਾ ਵਾਲਿਆਂ ਦਾ? ਕੈਨੇਡਾ ਦੇ ਵਿੱਚ ਬੈਠੇ ਤੁਸੀਂ। ਗੈਰੀ ਥੈਂਕ ਯੂ। ਜਿੰਨੀ ਕੁ ਮੇਰੀ ਅੰਡਰਸਟੈਂਡਿੰਗ ਹੈ ਗੈਰੀ ਜੀ, ਜਿਹੜੀ ਸ਼ੇਅਰ ਮਾਰਕੀਟ ਹੈਗੀ ਹੈ ਇੱਥੇ ਇਹ ਘਪਲੇ ਮੈਨੀਪੂਲੇਸ਼ਨ ਤਾਂ ਹੁੰਦੀ ਰਹਿੰਦੀ ਹਮੇਸ਼ਾ। ਗੱਲ ਉਹ ਹੈ ਕਿ ਕਿਹੜਾ ਕਿੰਨੀ ਕੁ ਪਾਵਰ 'ਚ ਆ, ਉਸ ਹਿਸਾਬ ਨਾਲ ਹੁੰਦੀ ਹੈ। 90 ਦੇ ਵਿੱਚ ਹਰਸ਼ਦ ਮਹਿਤੇ ਦਾ ਵੀ ਕਾਂਡ ਬੜਾ ਮਸ਼ਹੂਰ ਹੋਇਆ ਸੀ, ਉਹ ਤਾਂ ਖੈਰ ਬਾਅਦ ਚਲੋ ਉਹਦੀ ਡੈਥ ਵੀ ਹੋ ਗਈ, ਸੁਸਾਈਡ ਕੀਤਾ, ਆਈ ਡੋਂਟ ਨੋ ਕੀ ਚੱਕਰ ਸੀਗਾ। ਸੋ ਇਹ ਪੈਸੇ ਉਹ ਰਲ ਮਿਲ ਕੇ ਹੀ ਕਰਦੇ। ਉਦੋਂ ਵੀ ਉਹਨੇ ਕਿਹਾ ਸੀ ਕਿ ਮੈਂ ਕਿੰਨੇ ਕਰੋੜ ਟਰੰਕ ਵਿੱਚ ਲੈ ਕੇ ਪ੍ਰਾਈਮ ਮਿਨਿਸਟਰ ਆਫਿਸ ਜਾਂ ਕਿਵੇਂ ਉਹਨਾਂ ਨੂੰ ਦਿੱਤੇ ਸੀ, ਤੇ ਉਦੋਂ ਮੀਡੀਆ ਕਹਿੰਦਾ ਸੀ ਇੰਨੇ ਪੈਸੇ ਦਾ ਟਰੰਕ ਵਿੱਚ ਆ ਹੀ ਨਹੀਂ ਸਕਦੇ। ਫਿਰ ਉਹਨੇ ਡੈਮੋ ਦਿੱਤਾ ਸੀ, ਪਾ ਕੇ ਦਿਖਾਇਆ ਜੀ, ਕਹਿੰਦਾ ਏਦਾਂ ਪੈਸੇ ਆਉਂਦੇ, ਏਦਾਂ ਪਾ ਕੇ ਏਦਾਂ ਦਿੱਤੇ ਸੀ। ਸੋ ਹੁਣ ਜਿਹੜੀ ਗੱਲ ਹੈ ਉਹ, ਤੇ ਪਿਸ਼ੌਰਾ ਸਿੰਘ ਨੇ ਕਿਹਾ ਕਿ ਵੀ ਵਾਲੀਅਮ ਦੀ ਗੱਲ ਕਰਦੇ, ਵੀ ਐਡਾ ਵਾਲੀਅਮ ਸੁਣ ਕੇ ਹੈਰਾਨ ਹੈ। ਪਿਸ਼ੌਰਾ ਸਿੰਘ ਜੀ ਵੱਡੇ ਘਰਾਂ ਦੀਆਂ ਕਹਿੰਦੇ ਵੱਡੀਆਂ ਮਿਰਚਾਂ ਹੁੰਦੀਆਂ, ਸੋ ਇਸ ਕਰਕੇ ਕੋਈ ਫਰਕ ਨਹੀਂ। ਵਾਲੀਅਮ ਇਹਨਾਂ ਨੂੰ ਕੀ ਕਹਿੰਦੇ ਨੇ, ਜੋ ਸਾਰੀ ਪਾਵਰ ਹੀ ਇਹਨਾਂ ਇਕਨੋਮੀ ਇਹਨਾਂ ਨੇ ਆਪਣੇ ਹੱਥ 'ਚ ਕੰਸੈਂਟਰੇਟ ਕਰ ਲਈ। ਜਦੋਂ ਕਹਿੰਦੇ ਗੌਰਮੈਂਟ ਦਾ ਸੱਜਾ ਹੱਥ ਤੁਹਾਡੇ ਨਾਲ ਹੋਵੇ ਤਾਂ ਫਿਰ ਤੁਹਾਨੂੰ ਚਿੰਤਾ ਕਾਹਦੀ ਹੈਗੀ ਹੈ। ਅੱਗੇ ਵੀ ਕਿੰਨੇ ਬੰਦੇ ਭਜਾਏ ਹੈਗੇ ਨੇ ਇੱਥੋਂ, ਬੈਂਕਾਂ ਦੇ ਪੈਸੇ ਲੁੱਟ ਕੇ ਬਾਹਰ ਭੱਜ ਗਏ। ਉਹ ਤਾਂ ਸਾਰੇ ਮੌਜਾਂ ਕਰਦੇ, ਐਸ਼ ਕਰਦੇ ਨੇ। ਪੈਸਾ ਜੇ ਨੁਕਸਾਨ ਹੋਇਆ ਤਾਂ ਲੋਕਾਂ ਦਾ ਪੈਸਾ ਉੱਥੇ ਗਿਆ ਬੈਂਕਾਂ ਦੇ ਵਿੱਚ ਜਿਹੜਾ ਪਿਆ ਸੀ, ਉਹਨਾਂ ਦਾ ਕੋਈ ਫਰਕ ਨਹੀਂ ਪਿਆ। ਐਸ਼ ਕਰ ਉਹੀ ਹਿਸਾਬ ਇਹਦਾ ਹੈਗਾ। ਗੈਰੀ ਪਹਿਲਾਂ ਪੁੱਛਦੇ ਸੀ ਵੀ ਇਹ ਕੀ ਫਰਕ ਪਏਗਾ ਜੇ ਡੁੱਬ ਗਿਆ ਤਾਂ। ਬਾਕੀ ਇਹਨਾਂ ਨੇ ਕੋਈ ਨਹੀਂ ਡੁੱਬਣਾ, ਜੇ ਡੁੱਬਣਾ ਤਾਂ ਉਹ 4 ਚੀਜ਼ਾਂ ਹੋਰ ਇਹਨੂੰ ਵੇਚ ਦੇਣਗੇ। ਮੋਦੀ ਜੀ ਬੈਠੇ ਨੇ, ਸੋ ਇਹ ਨੁਕਸਾਨ ਤਾਂ ਲੋਕਾਂ ਦਾ ਹੀ ਅਲਟੀਮੇਟ। ਕੋਈ ਗੱਲ ਹੈ, ਪਿਸ਼ੌਰਾ ਜੀ ਨੇ ਦੱਸਿਆ ਪੈਸੇ ਤਾਂ ਲੋਕਾਂ ਦੇ ਹੀ ਨੇ, ਇਹਨਾਂ ਦੇ ਆਪਣੇ ਪੈਸੇ ਤਾਂ ਇੱਥੇ ਇਕੱਠੇ ਕਰਕੇ ਇਹਨਾਂ ਨੇ ਜਮ੍ਹਾਂ ਭਰੀਆਂ ਨੇ।
ਸੋ ਇਹਦੇ ਵਿੱਚ ਮੈਨੂਪਲੇਸ਼ਨ ਤਾਂ ਹੁੰਦੀ ਹੈ, ਇਹ 'ਚ ਕੋਈ ਰੌਲਾ ਨਹੀਂ, ਫਰਾਡ ਵੀ ਹੈਗੇ ਨੇ। ਤੇ ਜਿੱਥੋਂ ਤੱਕ ਹਿਡਨਬਰਗ ਕੰਪਨੀ ਦੀ ਗੱਲ ਹੈ, ਇਹਦੇ ਬਾਰੇ ਜੋ ਮੈਂ ਸੁਣਿਆ ਮਾੜਾ ਮੋਟਾ ਵੀ ਇਹ ਰਿਸਰਚ ਤਾਂ ਕਰਦੇ ਨੇ ਤੇ ਇਹੀ ਚੀਜ਼ਾਂ ਲੱਭਦੇ ਰਹਿੰਦੇ ਨੇ ਵੀ ਕਿੱਥੇ ਘਪਲੇ ਹੋਏ ਨੇ, ਕੀ ਕਰਦੇ ਉਹ ਲੱਭਦੇ ਨੇ ਤੇ ਉਹ ਜਦੋਂ ਹਾਈਲਾਈਟ ਕਰਦੇ ਉਹਦੀ ਐਡਵਾਂਟੇਜ ਫਿਰ ਉਹ ਦੂਜੇ ਪਾਸੇ ਲੈਂਦੇ, ਨੈਚੁਰਲੀ ਉਹਦਾ ਸ਼ੇਅਰ ਉੱਪਰ ਥੱਲੇ ਜਾਂਦੇ ਉਹਦਾ ਪ੍ਰੋਫਿਟ ਉਹ ਲੈ ਜਾਂਦੇ ਨੇ। ਸੋ ਉਹ ਆਪਣੀ ਗੇਮ ਖੇਡਦੇ ਨੇ, ਪਰ ਇਹ ਚੀਜ਼ ਹੈ ਕਿ ਇਹੋ ਜਿਹੀਆਂ ਜਿਹੜੀਆਂ ਇਰੈਗੂਲੈਰਿਟੀਜ਼ ਨੇ, ਫਰਾਡ ਨੇ, ਉਹ ਹਾਈਲਾਈਟ ਕਰਦੇ ਨੇ ਤਾਂ ਜੋ ਹੁੰਦਾ ਫਿਰ ਇੰਪੈਕਟ ਤਾਂ ਪੈਣਾ ਹੀ ਪੈਣਾ ਆ। ਸੋ ਇਹ ਜਿਹੜਾ ਇੰਨਾ ਇੰਪੈਕਟ ਪਿਆ, ਹੁਣ ਜਿਵੇਂ ਰੂਪੀ ਜੀ ਨੇ ਵੀ ਦੱਸਿਆ ਗੱਲ ਠੀਕ ਹੈ ਕਿ SBI ਜਾਂ LIC ਦੇ ਜਿਹੜੇ ਉਹਨਾਂ ਨੇ ਵੀ ਸ਼ੇਅਰ ਖਰੀਦੇ ਨੇ, they were actually forced to buy their shares। ਇਹ ਗਵਰਨਮੈਂਟ ਆ ਕਿ ਮੈਨੂਪੂਲੇਟ ਕਰਦੇ, ਗਵਰਨਮੈਂਟ ਨੇ ਕਹਿਣਾ ਆਹ ਕਰੋ ਆਹ ਕਰੋ, ਔਰ ਉਹਨਾਂ ਨੇ ਜਿਹੜੇ ਬਾਏ ਵੀ ਕੀਤੇ ਮੈਕਸਿਮਮ ਪ੍ਰਾਈਸ ਤੇ ਬਾਈ ਕੀਤੇ ਹੈ। ਜਿਹੜੀ ਆਪਸ਼ਨ ਦੀ ਰੇਂਜ ਹੁੰਦੀ ਪ੍ਰਾਈਸ ਦੀ, ਉਹਨਾਂ ਮੈਕਸਿਮਮ 300 ਰੁਪਈਸ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਜਿਹੜੇ ਹੈ ਪ੍ਰਾਈਸ ਇਹਨਾਂ ਨੇ ਬਾਏ ਕੀਤੇ ਹੈ ਐਂਡ ਦੇ ਵਰ ਫੋਰਸਡ ਟੂ। ਹੁਣ ਗੱਲ ਉਹ ਹੈ ਕਿ ਜੇ ਪੈਸਾ ਇਸ ਡੁੱਬਦਾ ਹੈਗਾ ਤਾਂ ਬੈਂਕਾਂ 'ਚ ਲੋਕਾਂ ਦਾ ਵੈਸੇ ਹੀ ਲੋਕੀ ਕਹਿ ਰਹੇ, ਗਵਰਨਮੈਂਟ ਕਹਿੰਦੀ ਕਿ ਤੁਹਾਡੀ ਗਰੰਟੀ ਨਹੀਂ ਹੈਗੀ ਵੀ ਇਹ ਕੱਲ੍ਹ ਨੂੰ ਕੋਈ ਬੈਂਕ ਭੱਜਦਾ ਵੀ ਹੈ, ਖਰਾਬ ਵੀ ਹੁੰਦਾ ਆ, ਤੇ ਲੋਕਾਂ ਦੇ ਪੈਸਿਆਂ ਦੀ ਗਰੰਟੀ ਨਹੀਂ, ਉਹ ਇੱਕ ਖਾਸ ਲਿਮਟ ਤੱਕ ਹੀ ਉਹਦੀ ਗਰੰਟੀ ਲੈਂਦੇ, ਉਸ ਤੋਂ ਬਾਅਦ ਗਰੰਟੀ ਨਹੀਂ ਹੈ, ਉਹ ਹੁਣ ਖਤਮ ਹੋ ਰਿਹਾ। ਸੋ ਅਲਟੀਮੇਟਲੀ ਇਨ ਕੇਸ ਜੇ ਕੋਈ ਲਾਸ ਹੁੰਦਾ, ਲਾਸ ਤਾਂ ਮਾੜੇ ਬੰਦੇ ਦਾ, ਆਮ ਬੰਦੇ ਦੇ ਹੋਣਾ ਜਿਹਨਾਂ ਦਾ ਪੈਸਾ ਹੁੰਦਾ, ਜਿਹਨੇ ਇਕੱਠਾ ਕੀਤਾ ਹੁੰਦਾ। ਸੋ ਵੱਡਿਆਂ ਬੰਦੇ ਉਹੀ ਗੱਲ ਹੈ ਕਿ ਇਕੱਠੀ ਵੀ ਕਰਪਸ਼ਨ ਨਾਲ ਕੀਤੀ ਹੁੰਦੀ, ਗਲਤ ਤਰੀਕਿਆਂ ਨਾਲ ਕੀਤੀ ਹੁੰਦੀ, ਚਲੀ ਵੀ ਜਾਂਦੀ, ਉਹਨਾਂ ਦਾ ਕਿਹੜਾ ਕੋਈ ਜਾਂਦਾ, ਉਹਨਾਂ ਨੇ ਤਾਂ ਆਪਣੀਆਂ ਮੌਜਾਂ ਮਾਨੀ ਜਾਣੀ ਹੈਗੀਆਂ। ਸੋ ਨਕਸ਼ਾ ਤੇ ਹੈ, ਬਾਕੀ ਫਿਰ ਅੱਗੇ ਚੱਲਦੇ ਦੇਖਦੇ। ਚਲੋ ਰੂਪੀ ਜੀ। ਹਾਂਜੀ, ਇੱਕ ਸੌਰੀ ਕਹੇ ਤੁਸੀਂ ਉਹ ਕਿਹਾ ਸੀਗਾ ਕਿ ਉਹਨਾਂ ਨੇ ਜਿਹੜਾ ਨੋਟਸ ਦੀ ਗੱਲ ਕੀਤੀ, ਹਾਂ ਇਹ ਆਇਆ ਸੀਗਾ ਕਿ ਇਹਨਾਂ ਨੇ ਜਿਵੇਂ ਆਪਾਂ ਗਿੱਦੜ ਭੁੱਕੀਆਂ ਇੱਕਦਮ ਦੇ ਦਿੰਦੇ ਆ, ਸਾਡੇ ਹੈਗੇ ਐਟੀਟਿਊਡ ਹੈ, ਕਲਚਰ 'ਚ ਹੀ ਪਿਆ ਹੋਇਆ। ਜਦੋਂ ਉਹਨਾਂ ਨੇ ਕਿਹਾ ਤੇ ਦਬਕਾ ਮਾਰਿਆ ਵੀ ਅਸੀਂ ਤੁਹਾਨੂੰ ਸੂ ਕਰਾਂਗੇ, ਆਹ ਕਰਾਂਗੇ, ਤੇ ਫਿਰ ਉਹੀ ਗੱਲ ਹੈ, ਚਾਹੇ ਪਿਆਰ ਨਾਲ, ਜਿਵੇਂ ਉਹਨਾਂ ਨੇ ਕਿਹਾ ਵੀ ਆ ਜਾਓ ਕਰ ਲਓ, ਅਸੀਂ ਤਿਆਰ ਬੈਠੇ ਹਾਂ। ਤੇ ਉਹ ਜਿਹੜਾ ਵੀ ਬੰਦਾ ਦਾ ਧਮਕੀਆਂ ਦਿੰਦਾ ਹੈਗਾ, ਧਮਕੀ ਦਾ ਦਿੰਦਾ, ਉਦੋਂ ਬਾਅਦ ਜਾਂਦਾ ਨਹੀਂ, ਉਹਨੂੰ ਪਤਾ ਜੇ ਚਲੇ ਗਏ ਤੇ ਜਿਹੜੀ ਚੀਜ਼ ਅਜੇ ਲੁਕੀ ਹੋਈ ਹੈ ਉਹ ਵੀ ਬਾਹਰ ਆ ਜਾਣੀ ਹੈ। ਸੋ ਦੇ ਟਰਾਈ ਟੂ ਕਨਸੀਲ ਦੈਟ, ਇਸ ਕਰਕੇ ਉੱਥੋਂ ਭੱਜਣਾ ਤਾਂ ਪੈਣਾ, ਇਹ ਉੱਥੇ ਫੇਸ ਦੇ ਕਾਂਟ ਫੇਸ। ਥੈਂਕ ਯੂ ਸਰ। ਓਕੇ। ਹਾਂਜੀ ਹਾਂਜੀ, ਰੁਪਿੰਦਰ ਸਿੰਘ ਜੀ, ਹਾਂਜੀ ਜੀ ਸਰ। ਉਹ ਅਡਾਨੀਜ਼ ਪਿਛਲੇ 2 ਸਾਲ ਤੋਂ ਬੀਇੰਗ ਇਨਵੈਸਟੀਗੇਟਡ। ਉਹ ਕਿਸ ਬੰਦੇ ਨੇ ਉਹਨੂੰ ਇਨਵੈਸਟੀਗੇਸ਼ਨ ਦੀ ਅਥਾਰਟੀ ਦਿੱਤੀ ਆ, ਉਹਦੇ ਵਿੱਚ ਕੋਈ ਉਹਨੇ ਮਿਸਯੂਜ਼ ਕੀਤਾ ਹੋਊਗਾ ਨਾ ਆਪਣੀ ਪ੍ਰਾਪਰਟੀ ਬਾਰੇ, ਉਹ ਥੋੜ੍ਹਾ ਜਿਹਾ ਸਾਨੂੰ ਦੱਸੋ। ਸਾਨੂੰ ਅੰਡਰਸਟੈਂਡਿੰਗ ਨਹੀਂ ਹੋਈ ਅਜੇ ਤੱਕ, ਪਰ ਫਿਰ ਸਾਨੂੰ ਨੌਲੇਜ ਥੋੜ੍ਹਾ ਬਹੁਤਾ ਹੈਗਾ। ਜਿਹੜੇ ਹੈਂਡਰਸਨ ਕੰਪਨੀ ਆ ਨਾ, ਉਹ ਵਨ ਆਫ ਦ ਬੈਸਟ ਇਨਵੈਸਟੀਗੇਟਰਸ ਇਨ ਦ ਵਰਲਡ, ਤੇ ਇਸ ਕਰਕੇ ਉਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਡਿਟੇਲ ਜਿਹਾ ਦਿਓ। ਇੰਡੀਅਨ ਗਵਰਨਮੈਂਟ ਨੇ ਪੁੱਛਿਆ ਉਹਨਾਂ ਨੂੰ ਵੀ ਇਨਵੈਸਟੀਗੇਟ ਕਰੋ, ਤੇ ਜਾਂ ਇਹ ਆਪੇ ਸਟੈਪ ਇਨ ਹੋ ਗਏ? ਹਾਂਜੀ, ਇਹ ਦਰਅਸਲ ਇਹ ਕੰਪਨੀ ਜਿਹੜੀ ਹਿਡਨਬਰਗ ਹੈ ਆ, ਇਹ US ਰਨ ਕੰਪਨੀ ਹੈ ਆ। ਇਹਦੀ ਕੋਈ ਟੀਮ ਵੀ ਨਹੀਂ ਜ਼ਿਆਦਾ ਵੱਡੀ ਹੈਗੀ। ਇਹ ਤੁਸੀਂ ਐਂ ਰੱਖੋ ਵੀ ਇੱਕ ਗਰੁੱਪ ਹੈ ਆ ਜੋ 5 ਬੰਦਿਆਂ ਦਾ ਹੈ ਨਾ, ਤੇ ਉਹਦੇ ਵਿੱਚ ਇੱਕ ਜਿਹੜਾ ਮੇਨ ਲੀਡ ਹੈ ਆ, ਉਹਨੇ ਇਸ ਚੀਜ਼ ਨੂੰ ਐਕਸੀਕਿਊਟ ਕੀਤਾ ਵੀ ਆਪਾਂ ਇਹ ਰਿਸਰਚ ਬਣਾਈ ਹੈ। ਤੇ ਜੇ ਤੁਸੀਂ ਇਹਨਾਂ ਦਾ ਤੁਸੀਂ ਪੁਰਾਣੇ ਰਿਕਾਰਡ ਦੇਖੋ ਤੇ ਇਹਨਾਂ ਦੀ ਜਿਹੜੀ ਵੈਲਿਊਏਸ਼ਨ ਹੈਗੀ ਆ ਉਹ ਵੀ ਬਹੁਤ ਅਥੈਂਟਿਕ ਹੈਗੀ ਆ, ਜਿਹੜੇ ਇਹਨਾਂ ਦੇ ਰਿਸੋਰਸਸ ਹੈ ਨੇ। ਤੇ ਕਿਉਂਕਿ ਜਿੰਨੀਆਂ ਵੀ ਜੇ ਪਿਛਲੀਆਂ ਆਪਾਂ ਰਿਪੋਰਟ ਦੀ ਗੱਲ ਕਰੀਏ ਤਾਂ ਉਹਦੇ ਜਿਹੜੇ ਰਿਜ਼ਲਟ ਸੀਗੇ ਉਹ ਸੱਚ ਪਾਏ ਗਏ। ਜਦੋਂ ਇੱਕ ਵਾਰੀ ਉਹਨਾਂ ਨੇ ਆਪਣੀ ਰਿਪੋਰਟ ਦੇਤੀ, ਉਸ ਤੋਂ ਬਾਅਦ ਜਦੋਂ ਬਾਅਦ ਵਿੱਚ ਕੋਈ ਵੈਲੀਡੇਟ ਹੋਈਆਂ ਚੀਜ਼ਾਂ, ਉਹ ਫਿਰ ਉਹ ਸੱਚ ਹੀ ਮੰਨੇ ਗਏ, ਕਿਉਂਕਿ ਉਹਨਾਂ ਦੀ ਫਾਈਂਡਿੰਗ ਪੂਰੀਆਂ ਕਲੀਅਰ ਤੱਥਾਂ ਦੇ ਉੱਪਰ ਸੀਗੀਆਂ। ਉਹੀ ਚੀਜ਼ ਦਾ ਹੁਣ ਇਹਨਾਂ ਨੇ ਆਪਣਾ ਉਹ ਦਿੱਤਾ, ਜਿਹੜੇ ਟੋਟਲ ਜਿਹੜੇ ਕੁਐਸਚਨ ਪੁੱਛੇ ਆ 88। ਹਾਂਜੀ, ਤੇ ਉਹਦੇ ਵਿੱਚ ਇਹਨਾਂ ਨੇ ਆਪਣਾ ਰੱਖਿਆ ਵੀ ਜਿਵੇਂ ਇੱਕ ਜਨਰਲ ਐ ਲਾ ਲਓ ਵੀ ਉਹਨਾਂ ਨੇ ਕਿਹਾ ਵੀ ਹਾਂ ਵੀ ਤੁਹਾਡੀ ਫੈਮਿਲੀ ਹੀ ਸਾਰੀ ਰਨ ਕਰ ਰਹੀ ਹੈ। ਉਹਨਾਂ ਨੇ ਬਾਈ ਨੇਮ ਵੀ ਦਿੱਤਾ ਹੋਇਆ ਵੀ ਅਸੀਂ ਤੁਹਾਡੇ ਜਿਹੜੇ ਮੈਂਬਰ ਆ ਇਹਨੂੰ ਅਸੀਂ ਫੇਲ ਪਾਇਆ ਸੀਗਾ ਜਿਵੇਂ ਟੈਕਸ ਚੋਰੀ ਦੇ ਵਿੱਚ, ਉਹਦੇ ਬਾਵਜੂਦ ਤੁਸੀਂ ਇਹਨੂੰ ਜਿਵੇਂ ਕਿਵੇਂ ਇੱਕ ਅਹੁਦਾ ਕਿਵੇਂ ਦਿੱਤਾ। ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਦਿੱਤੇ, ਬਹੁਤ ਲੀਗਲ ਕੁਐਸਚਨ ਦਿੱਤੇ ਹੋਏ ਨੇ, ਤੇ ਤਾਂ ਹੀ ਉਹ ਉਹਦੇ ਆਪਣੇ ਇੱਕ ਤਰ੍ਹਾਂ ਸਾਊਂਡ ਕਰ ਰਹੇ ਨੇ ਵੀ ਹਾਂ ਤੁਸੀਂ ਜੇ ਸਾਡੇ ਉਹਦੇ 'ਚ ਕੋਈ ਗੜਬੜੀ ਲੱਗਦੀ ਆ, ਤੁਸੀਂ ਇੱਥੇ ਇੰਡੀਅਨ ਜੇ ਇੱਥੇ ਕਿਉਂ ਕੇਸ ਫਾਈਲ ਕਰਨਾ, ਤੁਸੀਂ ਸਾਡੇ ਇੱਥੇ ਕੋਰਟ ਦੇ ਵਿੱਚ ਵੀ ਕਰੋ, US ਦੇ ਵਿੱਚ ਵੀ ਕਰੋ, ਕਿਉਂਕਿ ਉਹਨਾਂ ਨੂੰ ਵੀ ਥੋੜਾ ਜਿਹਾ ਕੁਛ ਏਦਾਂ ਲੱਗ ਰਿਹਾ ਵੀ ਉੱਥੇ ਜਿਹੜੀਆਂ ਜਿਹੜੀ ਇੱਕ ਜੋ ਉੱਥੇ ਦੀ ਕੋਰਟ ਨੇ, ਇੰਡੀਆ ਦੇ ਕੋਰਟ ਨੇ ਜੋ ਫੈਸਲਾ ਕਰਨੇ ਹੁੰਦੇ ਆ ਉਹ ਵੱਖਰੇ, ਕਿਉਂਕਿ ਇੱਕ ਕ੍ਰੈਡੀਬਿਲਿਟੀ ਬਣੀ ਹੋਈ ਆ ਹਰ ਇੱਕ ਉਹਦੀ। ਤਾਂ ਇਸ ਤਰ੍ਹਾਂ ਤਰੀਕੇ ਨਾਲ ਹੈਗੇ ਆ ਕੁਝ ਪੁਆਇੰਟਸ। ਹਾਂਜੀ ਰੂਪੀ ਜੀ, ਪਿਸ਼ੌਰਾ ਸਿੰਘ ਜਾਣਾ ਚਾਹੁੰਦੇ ਆ? ਪਿਸ਼ੌਰਾ ਸਿੰਘ ਜੀ, ਪਹਿਲਾਂ ਮੈਂ ਦੱਸਣਾ ਚਾਹੁੰਦਾ, ਜਦੋਂ ਵੀ ਕੋਈ ਕੰਟਰੀ ਦੇ ਵਿੱਚ ਕਿਸੇ ਨੂੰ ਸੂ ਕਰਨਾ, ਉਸ 'ਚ ਆਉਣਾ ਪੈਂਦਾ, ਉਹਨਾਂ ਨੂੰ ਅਮਰੀਕਾ 'ਚ ਹੀ ਆਉਣਾ ਪਊਗਾ। ਉਹ ਬਿਲਕੁਲ ਇੰਡੀਆ ਦਾ ਕੋਈ ਮਤਲਬ ਨਹੀਂ ਹੈ, ਹੋਰ ਨਹੀਂ ਹੈ, ਉਹਨਾਂ ਨੂੰ ਇੱਥੇ ਆਉਣਾ ਪਏਗਾ, ਆ ਕੇ ਇੱਥੇ ਪ੍ਰੂਫ ਦੇਣਾ। ਇਹ ਕੰਟਰੀ ਦੇ ਵਿੱਚ ਤਾਂ ਫਿਰ ਪੂਰੀ ਛਾਣਾ ਪੈਣੀ ਪੂਰੀ ਹੋ ਜਾਏਗੀ ਨਾ ਸ਼ੁਰੂ,
ਠੀਕ ਹੈ ਨਹੀਂ, ਇਸ ਕਰਕੇ ਪਤਾ ਨਹੀਂ ਕੀ ਕਰਨਗੇ, ਉਹ ਡਿਫਰੈਂਟ ਸਟੋਰੀ ਹੈਗੀ ਆ। ਪਿਸ਼ੌਰਾ ਸਿੰਘ ਜੀ। ਉਹ ਚੀਮਾ ਸਾਹਿਬ ਨੇ ਠੀਕ ਆਖਿਆ, ਹੈ ਤਾਂ ਇਹ ਗੇਮ ਹੈ ਤੇ ਹੋ ਸਕਦਾ ਵੀ ਇਸ ਗੇਮ ਦੇ ਵਿੱਚ ਜਿਹੜਾ ਉਹ ਬਾਕੀ ਜਿਹੜੀਆਂ ਇਹਨਾਂ ਦੀਆਂ ਕੰਪੈਟੀਟਿਵ ਕੰਪਨੀਆਂ ਨੇ ਉਹ ਦੇ ਵਿਲ ਬੈਨੀਫਿਟ ਫਰੋਮ ਦਿਸ, ਜਿਹੜਾ ਐਡਾ ਹੱਲਾ ਬਲੂ ਅਦਾਨੀਜ਼ ਦੇ ਖਿਲਾਫ ਹੋਇਆ, ਕਿਉਂਕਿ ਕੈਪੀਟਲਿਸਟ ਵਰਲਡ ਜਿਹੜੀ ਹੈ ਬੜਾ ਕੱਟ ਥਰੋਟ ਕੰਪੀਟੀਸ਼ਨ ਹੈ ਇਹਦੇ ਵਿੱਚ ਹੈਗਾ। ਤੇ ਆਈ ਐਮ ਸ਼ੋਰ ਦੋਜ਼ ਪੀਪਲ ਆਰ ਰੀਲੀ ਓਵਰ ਦਾ ਮੂਨ ਵਿਦ ਦਿਸ ਹਿੰਡਨਬਰਗ ਰਿਪੋਰਟ। ਪਰ ਮੈਂ ਸਮਝਦਾ ਵੀ ਹਿੰਡਨਬਰਗ ਰਿਪੋਰਟ ਕੁਝ ਵੀ ਹੋਵੇ, they are acting ਬੇਸ਼ੱਕ ਇਨਵੈਸਟੀਗੇਟਿੰਗ ਏਜੰਸੀ ਤੇ ਹੈਗੀ ਹੈ, ਪਰ ਮੈਂ ਉਹਨਾਂ ਨੂੰ ਇੱਕ ਰੈਫਰੀ ਦੇ ਤੌਰ ਤੇ ਸਮਝਦਾ, ਜਿਹੜੇ ਇੰਟਰਨੈਸ਼ਨਲ ਸੀਨ ਤੇ ਇਸ ਚੀਜ਼ ਦਾ ਜਿਹੜਾ ਉਹਨੂੰ ਵਾਚ ਡੌਗ ਦੇ ਤੌਰ ਤੇ ਕਰ ਰਿਹਾ। ਮੈਂ ਇਹ ਸਮਝਦਾ ਕਿ ਈਵਨ ਇਨ ਦਾ ਕੈਪੀਟਲਿਸਟ ਵਰਲਡ ਇਸ ਵੇਲੇ ਜਿਹੜੇ ਲੋਕ ਕੈਪੀਟਲਿਜ਼ਮ ਦੇ ਵਿੱਚ 100% ਬਿਲੀਵ ਕਰਦੇ ਨੇ, ਵਿਚ ਆਈ ਡੋਂਟ, ਉਹਦੇ ਵਿੱਚ ਆਈ ਥਿੰਕ ਕੰਸੈਂਸਸ ਇਜ਼ ਕਿ ਦੇ ਆਰ ਇਨ ਫੇਵਰ ਆਫ ਦੀ ਐਕਸੈਪਟੇਬਲ ਫੇਸ ਆਫ ਕੈਪੀਟਲਿਜ਼ਮ, ਜਿਹਦੇ ਵਿੱਚ ਜੇ ਉਹ ਇਫ ਇਟ ਇਜ਼ ਨਾਟ ਐਕਸੈਪਟੇਬਲ ਤੇ ਇਟ ਇਜ਼ ਡੂਮਡ। So they don't want to sign on their death warrant. They want the capitalism going, but going in a way so that it has a acceptable face. ਤੇ ਇਹੋ ਜਿਹੇ ਜਿਹੜੇ balances ਤੇ checks ਨੇ ਤੇ ਜਿਹੜੇ audits ਨੇ ਜਾਂ ਇਹੋ ਜਿਹੀਆਂ reports ਨੇ ਜਿਹੜੀਆਂ ਜਾਂ Hindenburg what it is doing, maybe they are helping the capitalist system in the long run, but it's a good it's a good game which they are being a referee to. So ਜੇ ਇਹਦੇ ਵਿੱਚੋਂ ਕੁਝ ਨਿਕਲਦਾ ਤੇ ਆਈ ਥਿੰਕ ਇਹ ਬਾਕੀ ਹੋਰ ਜਿਹੜੀਆਂ ਕੰਪਨੀਆਂ ਨੇ ਜਾਂ ਉਹ ਕੈਪੀਟਲਿਜ਼ਮ ਦੇ ਜਿਹੜੇ ਲੰਬਰਦਾਰ ਨੇ ਉਹਨਾਂ ਨੂੰ ਵੀ ਕੰਨ ਹੋ ਜਾਣਗੇ ਕਿ ਉਹ ਜਿਹੜਾ ਉਹ ਇਸ ਤਰ੍ਹਾਂ ਦੇ ਘਾਲਾ ਮਾਲਾ ਕਰਕੇ ਤੇ ਦੇ ਕੈਨ ਨਾਟ ਗੈਟ ਅਵੇ ਵਿਦ ਇਟ। ਸੋ ਆਈ ਥਿੰਕ ਇਟਸ ਅ ਗੁੱਡ ਸਟਾਰਟ ਐਂਡ ਲੈਟ ਅਸ ਸੀ ਵੇਅਰ ਇਟ ਗੋਸ। ਬਿਲਕੁਲ ਹਾਂਜੀ। ਤੇ ਆਪਾਂ ਜੇ ਗੱਲ ਕਰੀਏ ਆਪਣੇ ਇੰਡੀਅਨ ਜਿਹੜਾ ਮੇਨ ਸਟ੍ਰੀਮ ਮੀਡੀਆ ਹੈ ਉਹਦੀ ਨਾ ਬਿਲਕੁਲ ਸਾਇਲੈਂਸ ਹੈ ਇਸ ਟੌਪਿਕ ਦੇ ਉੱਪਰ, ਕਿਉਂਕਿ ਆਪਾਂ ਕੋਈ ਵੀ ਕੁਝ ਦੇਖੀਏ ਜੇ ਭਾਵੇਂ ਕੋਈ ਵੱਡੇ ਜਿੰਨੇ ਮਰਜ਼ੀ ਚੈਨਲ ਹੈ ਨੇ ਉਹ ਸਾਰੇ ਬਿਲਕੁਲ ਚੁੱਪ ਨੇ। ਜੇ ਕੋਈ ਗੱਲਬਾਤ ਬਾਹਰ ਆ ਰਹੀ ਹੈ ਉਹ ਸਿਰਫ ਜਿਹੜੇ ਸੋਸ਼ਲ ਮੀਡੀਆ ਚੈਨਲਸ YouTube ਦੇ ਉੱਪਰ ਬਣੇ ਹੋਏ ਆ ਜਾਂ ਹੋਰ ਕੋਈ ਆਪਣਾ ਇੰਡੀਪੈਂਡੈਂਟ ਮੀਡੀਆ ਹੈ ਨੇ ਉਹੀ ਗੱਲ ਕਰ ਰਿਹਾ। ਤੇ ਇਹਦੇ ਲਈ ਵੀ ਕੁਝ ਦੱਸੋ ਵੀ ਕੀ ਹੋ ਰਿਹਾ ਇਹ। ਹਾਂਜੀ, ਮੈਂ ਚੀਮਾ ਜੀ ਵੱਲ ਜਾਊਂਗਾ ਪਹਿਲਾਂ। ਰੂਪੀ ਜੀ, ਇਹ ਤਾਂ ਸਿੰਪਲ ਤੇ ਕਲੀਅਰ ਗੱਲ ਹੈ ਕਿ ਜਦੋਂ ਮੋਦੀ ਫੈਮਿਲੀ 'ਚ ਕਿਤੇ ਨਾ ਕਿਤੇ ਅਟੈਕ ਕਿਸੇ ਪਾਸੇ ਹੋਣਾ, ਮੀਡੀਆ ਤਾਂ ਉਹਨਾਂ ਦਾ ਸਾਰਾ ਹੈਗਾ, ਉਹ ਕਿਵੇਂ ਬੋਲੂਗਾ? ਉਹਨਾਂ ਨੇ ਤਾਂ ਕਵਰ ਅਪ ਕਰਨਾ ਨਾ, ਜੇ ਕੋਈ ਚੀਜ਼ ਹੋਊ ਬਚਾਉਣ ਦੀ ਕੋਸ਼ਿਸ਼ ਤਾਂ ਕਰਨਗੇ, ਹਾਈਲਾਈਟ ਤਾਂ ਨਹੀਂ ਕਰਨਗੇ ਨਾ। ਸੋ ਮੀਡੀਆ ਦਾ ਰੋਲ ਤਾਂ ਟੋਟਲੀ ਕਲੀਅਰ ਹੈ। ਉਹ NDTV ਵਾਲੀ ਹੁਣ ਮੈਨੂੰ ਨਹੀਂ ਪਤਾ ਕਿੰਨੀ ਖੁਸ਼ੀ ਮਾਨ ਕਿੰਨੀ ਮੈਕਸਿਮਮ ਸ਼ੇਅਰ ਤਾਂ ਖਰੀਦ ਹੀ ਗਿਆ ਸੀਗਾ, ਸੋ ਕੰਟਰੋਲ ਤਾਂ ਇਹਨੇ ਆਲਮੋਸਟ ਕਰ ਹੀ ਲਿਆ NDTV ਤੇ ਵੀ। ਸੋ ਬਾਕੀ ਪਿਸ਼ੌਰਾ ਸਿੰਘ ਜੀ ਜਿਹੜਾ ਕਹਿੰਦੇ ਵੀ ਆਪਾਂ ਨੂੰ ਵਾਚ ਡੌਗ ਦੇ ਕਰਕੇ ਕੰਮ ਕਰ ਰਹੇ ਨੇ। ਹਾਂ, ਆਪਾਂ ਕਈ ਵਾਰ ਐਜ਼ ਏ ਬਾਈ ਪ੍ਰੋਡਕਟ ਕਹਿ ਸਕਦੇ ਕਿ ਵਾਚ ਡੌਗ ਵਾਲਾ ਵੀ ਕੰਮ ਕਰਦੇ ਹਾਂ। ਬਾਕੀ ਉਹੀ ਮੇਨ ਤਾਂ ਏਜੰਡੇ ਹਰ ਕਦੇ ਆਪਣੇ ਇੰਟਰਸਟ ਹੁੰਦੇ, ਚਾਹੇ ਕੈਪੀਟਲ ਕਿਸੇ ਇੱਕ ਗਰੁੱਪ ਨੂੰ ਕੰਪਨੀ ਨੂੰ ਹਾਈਲਾਈਟ ਕਰਨ ਲਈ ਆਪਣੇ ਪ੍ਰੋਫਿਟ ਲੈਣ ਵਾਸਤੇ ਉਹ ਕਰਦੇ ਨੇ। ਉਹ ਇਹ ਵੀ ਹੈ ਵੀ ਜਿਹੜੇ ਰਾਈਵਲ ਗਰੁੱਪ ਨੇ ਉਹ 'ਚ ਰਾਈਵਲ ਗਰੁੱਪ ਦੀ ਜੋ ਗੱਲ ਕਰਦੇ ਤਾਂ ਉਹ ਇੰਡਾਇਰੈਕਟ ਇਸ਼ਾਰਾ ਜਾਂ ਅੰਬਾਨੀ ਵਾਲੇ ਪਾਸੇ ਪੈਂਦਾ ਵੀ ਉਹਨੂੰ ਸੁਪਰਸੀਡ ਕਰ ਗਿਆ ਸਾਲ 2 ਸਾਲ ਦੇ ਵਿੱਚ ਹੀ। ਤੇ ਰਾਈਵਲਰੀ ਦਾ ਹੁੰਦਾ ਸਾਰਿਆਂ ਦੀ ਹੁੰਦੀ ਹੈ, ਮੇਬੀ ਉਹ ਇੱਕ ਸਿੰਬੋਲਿਕ ਹੈ। ਕੋਈ ਹੋਰ ਕੰਪਨੀ ਵੀ ਹੋ ਸਕਦੀ ਹੈ ਕਿ ਵਿੱਚੋਂ ਜਿਹਨਾਂ ਨੇ ਕਿਹਾ ਵੀ ਇਹ ਭਾਈ ਇਹ ਹੁਣ ਮੋਦੀ ਸਿਰ ਤੇ ਚੜ ਕੇ ਚੜੀ ਜਾਂਦਾ ਅੱਗੇ ਤੇ ਇਹਨੂੰ ਲੱਤਾਂ ਖਿੱਚਣ ਵਾਸਤੇ ਕਿਸੇ ਨੇ ਨੈਚੁਰਲੀ ਕਿਹਾ ਵੀ ਹੋਵੇ ਭਾਈ ਆਹ ਕੰਮ ਕਰੋ, ਕਿਸੇ ਨੇ ਫੀਡ ਵੀ ਕੀਤਾ ਹੋਵੇ, ਫੰਡਿੰਗ ਵੀ ਕੀਤੀ ਹੋਵੇ। ਸੋ ਕਈ ਤਰ੍ਹਾਂ ਦੇ ਰੀਜ਼ਨ ਨੇ। ਇੱਥੇ ਰਾਈਵਲਰੀ ਤਾਂ ਹਰ ਥਾਂ ਤੇ ਹੁੰਦੀ ਹੈ, ਜਿੰਨਾ ਤੁਸੀਂ ਵਧੋਗੇ ਤਾਂ ਤੁਹਾਡੇ 4 ਦੁਸ਼ਮਣ ਵੀ ਨਾਲ ਪੈਦਾ ਹੋ ਜਾਂਦੇ ਨੇ। ਸੋ ਕਿਹੜਾ ਕਦੋਂ ਕਿੱਥੇ ਸੱਟ ਮਾਰ ਜੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਹਾਂ, ਮੀਡੀਆ ਜਿੰਨੀ ਦੇਰ ਤੱਕ ਉਹਨਾਂ ਦੀ ਗ੍ਰਿਪ 'ਚ ਉਨੀ ਦੇਰ ਕੁਝ ਨਹੀਂ ਬੋਲੇ। ਹਾਂਜੀ ਹਾਂਜੀ। ਤੇ ਕਿਉਂਕਿ ਇਹਦੇ ਵਿੱਚ ਇਹ ਹੋ ਰਿਹਾ, ਤੁਸੀਂ ਜੇ ਨੋਟਿਸ ਕੀਤਾ ਹੋਵੇ ਥੋੜੇ ਦੇਰ ਤੋਂ ਨਾ ਪਿੱਛੇ ਤੋਂ ਪਹਿਲਾਂ, ਕਿਉਂਕਿ ਕਿੰਨੇ ਸਾਲਾਂ ਤੋਂ ਇਹ ਆਪਣੇ ਬਿਜ਼ਨਸ ਕਰ ਰਹੇ ਨੇ, ਕਦੇ ਵੀ ਮੀਡੀਆ ਦੇ ਵਿੱਚ ਉਦੋਂ ਇਹਨਾਂ ਨੇ ਆਪਣੀ ਕੋਈ ਪਾਰਟਿਸਿਪੇਸ਼ਨ ਨਹੀਂ ਦਿੱਤੀ। ਤੇ ਪਿੱਛੇ 2 ਜੇ ਆਪਾਂ ਇੰਟਰਵਿਊ ਗੱਲ ਕਰੀਏ, ਇਹਨਾਂ ਨੇ ਇੱਕ ਇੱਥੇ ਇੰਡੀਆ ਦੇ ਵਿੱਚ ਇੱਕ ਚੈਨਲ ਹੁੰਦਾ ਜਿਵੇਂ ਆਪ ਕੀ ਅਦਾਲਤ ਤੇ ਇੱਕ ਹੋਰ ਏਦਾਂ ਦਾ ਸ਼ਾਇਦ ਇੰਡੀਆ ਟੂਡੇ ਹੈ ਆ, ਉੱਥੇ ਵੀ ਸ਼ਰਮਾ ਸਾਹਿਬ ਆਏ ਸੀ ਮੈਂ ਵੀ ਸੁਣੀ ਤੇ ਸ਼ਰਮਾ ਸਾਹਿਬ ਉਹਨਾਂ ਨੇ ਉਹ ਕੀਤਾ ਸੀਗਾ। ਤੇ ਅਸੀਂ ਉਹ ਤੋਂ ਕੀ ਗੈਸ ਕਰ ਸਕਦੇ ਹਾਂ? ਇਹਦੇ ਵਿੱਚ ਕੋਈ ਐ ਲੱਗ ਰਿਹਾ ਵੀ ਜਿਵੇਂ ਪਹਿਲਾਂ ਉਹਨਾਂ ਨੂੰ ਲੱਗ ਰਿਹਾ ਸੀਗਾ ਵੀ ਹਾਂ ਵੀ ਜਿਵੇਂ ਇੱਥੇ ਦੇ ਮੇਨ ਹੈ ਉਹ ਕਹਿ ਰਹੇ ਹੁਣ ਵੀ ਹਾਂ ਭਾਈ ਹੁਣ ਤੱਕ ਤਾਂ ਅਸੀਂ ਤੁਹਾਡਾ ਬਚਾਅ ਕਰਦੇ ਆ ਰਹੇ ਹਾਂ, ਵੀ ਹੁਣ ਆ ਰਹੀਆਂ ਨੇ ਵੋਟਾਂ ਤੇ ਥੋੜੀ ਬਹੁਤੀ ਗੱਲ ਤੂੰ ਆਪਣੇ ਆਪ ਹੀ ਚੱਕ। ਤੇ ਤੁਹਾਡੀ ਕੀ ਵਿਚਾਰ ਹੈ ਇਹਦੇ ਪਰ? ਕੋਈ ਇਲੈਕਸ਼ਨ ਨਾਲ ਵੀ ਤੁਸੀਂ ਇਹਨੂੰ ਉਹ ਰਿਲੇਟ ਕਰਕੇ ਦੇਖ ਰਹੇ ਹੋ? ਹਾਂਜੀ ਗੈਰੀ ਜੀ, ਮੈਂ ਤੁਹਾਡੇ ਵੱਲ ਆਉਣਾ, ਪਹਿਲਾਂ ਤੁਸੀਂ ਦੇਖਿਓ ਉਹਦੇ ਉੱਪਰ। ਵੈਸੇ ਪਿਸ਼ੌਰਾ ਸਿੰਘ ਜੀ ਵੀ ਕਹਤਾ ਵੀ ਇਸੇ ਵਨ ਵੇ ਸਟੋਰੀ 'ਚ ਅਸੀਂ ਸੁਣ ਰਹੇ ਹਾਂ। ਹੁਣ ਮੰਡੇ ਤੋਂ ਬਾਅਦ, ਟਿਊਜ਼ਡੇ ਤੋਂ ਬਾਅਦ ਥੋੜਾ ਜਿਹਾ ਹੋਰ ਪਤਾ ਲੱਗੂ ਵੀ ਸ਼ੇਅਰ ਥੱਲੇ ਨੂੰ ਜਾ ਰਹੇ ਨੇ, ਕੀ ਹੋਣਾ, ਬੈਂਕਾਂ ਲੋਕਾਂ ਤੇ ਕੀ ਰਿਐਕਸ਼ਨ ਹੁੰਦਾ।
ਮੀਡੀਆ ਤਾਂ ਚਲੋ ਠੀਕ ਆ, ਇੰਡੀਆ ਦੇ ਵਿੱਚ ਨਹੀਂ ਬੋਲਦਾ, ਕਈ ਵਾਰੀ ਹੁੰਦਾ ਦੈਟਸ ਫਾਈਨ, ਪਰ ਹੁਣ ਤਾਂ ਵਰਲਡ ਵਾਈਡ ਲੋਕ ਬੈਠ ਕੇ ਜਿੱਥੇ ਮਰਜ਼ੀ ਗੱਲਾਂ ਕਰ ਸਕਦੇ ਆ। ਮੈਨੂੰ ਲੱਗਦਾ ਇਹ ਹੁਣ ਬੁੱਧਵਾਰ ਤੱਕ, ਵੈਡਨਸਡੇ ਤੱਕ ਇਹਦਾ ਥੋੜਾ ਜਿਹਾ ਪਤਾ ਲੱਗੂਗਾ ਵੀ ਕਿੱਧਰ ਨੂੰ ਹਵਾ ਵਗਦੀ ਆ। ਹਾਂਜੀ, ਇਲੈਕਸ਼ਨ ਦਾ ਵੀ ਕੁਝ ਕਹਿ ਨਹੀਂ ਸਕਦੇ। ਬਾਕੀ ਇਹਨਾਂ ਦੀ ਮਸ਼ਹੂਰੀ ਤਾਂ ਬਹੁਤ ਹੋ ਰਹੀ ਸੀ, ਫੋਰਬਸ ਬੜਾ ਇਹਨਾਂ ਨੂੰ ਪਪੂਲਰ ਕਰ ਰਿਹਾ ਸੀਗਾ ਕਿ ਜੀ ਜੋ ਸੰਧੂ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਮੈਂ ਆਪਣੇ ਪੁਆਇੰਟ ਆਫ View ਨਾਲ ਜਿੰਨਾ ਕੁ ਮੈਨੂੰ ਨੌਲੇਜ ਹੈ ਮੈਂ ਦੱਸ ਰਿਹਾ ਕੋਈ ਨਹੀਂ ਕਰੋ। ਬਈ ਜਿਹੜਾ ਅਡਾਨੀ ਗਰੁੱਪ ਆ ਨਾ, combined family na, it can be one of the richest family in the world. Okay? ਇਹਨਾਂ ਨੇ ਜਿਹੜੇ ਸਟਾਕਸ ਵਿੱਚ ਕੀਤੇ ਨਾ ਜਿਹੜਾ ਗੇੜੀ, ਉਹੋ ਹੀ ਉਹਨਾਂ ਤੇ ਬਲੇਮ ਲੱਗਾ ਆ, ਪਰ ਦੂਸਰਾ ਹੋਰ ਕੋਈ ਨਹੀਂ। ਉਹ ਇੰਨੇ ਕਲੋਜ਼ ਆ ਇੰਡੀਅਨ ਗਵਰਨਮੈਂਟ ਦੇ ਨਾਲ, ਉਹਨਾਂ ਗਵਰਨਮੈਂਟ ਉਹਨੂੰ ਨਹੀਂ ਕਹਿਣ ਦਿੰਦੀ ਵੀ ਤੁਸੀਂ ਇਹਨੂੰ ਇੱਥੋਂ ਅਮਰੀਕਾ ਚ ਲੈ ਜਾਓ। If he is not willing to come, he don't have to come. They can guarantee for him. Okay? But they have manipulated many things. I think they are beyond, richest people. Okay? And those people intend to do sometimes negative thing to gain advantage. Okay? And he threatened Henderson Company, which is best auditor company of US. I don't know who hired him. I couldn't find out. But they say we're going to bring it to the, bring it to the court. He said, I will hire my attorneys. They say, that is your prerogative, and we will do the decision. What you have done, we will, put it in picture, and everybody will see what they have done. That's why they've been going down in stocks from last 2 years. That's how long they've been being investigated. Okay ਜੀ। ਇਹ ਜਿਹੜਾ ਕੰਮ ਹੋਇਆ ਇੰਡੀਆ 'ਚ, ਇਹ ਇੰਡੀਆ ਦਾ ਫਿਨੋਮੀਨਾ ਨਹੀਂ ਹੈ। ਅੱਛਾ ਜੀ। ਵਰਲਡ ਐਟ ਲਾਰਜ ਦਾ ਫਿਨੋਮੀਨਾ ਹੈ। ਓਕੇ। ਕਿਉਂਕਿ ਇੰਡੀਆ 'ਚ ਜਿਹੜਾ ਕਾਰਪੋਰੇਟ ਕੈਪੀਟਲ ਹੈ ਉਹ ਬੜੀ ਸ਼ਾਰਟ ਪੀਰੀਅਡ 'ਚ ਹੋਇਆ। ਇਹ ਅਮਰੀਕਾ ਦਾ ਤਾਂ ਬਿਗੇਸਟ ਫਿਨੋਮੀਨਾ ਹੈ। ਉੱਥੇ ਇਹ ਚੀਜ਼ਾਂ ਹੈਪਨ ਹੁੰਦੀਆਂ ਬਾਰ-ਬਾਰ। ਇਫ ਯੂ ਸੀ ਦੀ 100 days of stock market, ਉਹਨਾਂ ਦੇ ਜਿਹੜੇ ਫੰਡ, ਜਿਹੜੇ ਬੜੇ ਫੰਡ ਮੈਨੇਜਰ ਨੇ, ਉਹ ਸ਼ਾਰਟਿੰਗਾਂ ਕਰਦੇ ਨੇ। ਸ਼ਾਰਟਿੰਗ ਕਰਕੇ ਫਿਰ ਪੈਨਿਕ ਹੁੰਦਾ ਹੈ, ਪੈਨਿਕ 'ਚ ਲੋਕੀ ਪੈਨਿਕ ਹੋ ਜਾਂਦੇ ਨੇ, ਆਪਣੇ ਸਟਾਕਸ ਵੇਚ ਜਾਂਦੇ ਨੇ। ਅਗਰ ਤੁਸੀਂ crude oil, I have been always saying there is a $6 trillion shadow economy in the world. Shadow economy means the non-banking sectors. Like there is 2 sectors of economy in the world. One is the regulated, other is regulated but very less regulated. That is a private capital that creates turmoil in the world economy, the commodity markets, in the life of the people. In India, about 10% or 5-6% people invest in stocks. Here, a lot of money is invested by the government of India in stocks. Oh. Because there are funds. There is a employees provident fund which has about $50 billion. They invest in government agency, Life Corporation of India. So a lot of these things are happening. Why the state share market was started? Because when the capitalism was growing, the from agriculture to industrial revolution, the things were happening in England and US. The big people, intelligent people thought, why to get a loan from bank? Why to pay the interest? So what they said, we will make you rich, invest in our company, and they got money, a lot of money from the people without interest. That is the basic, why the shares don't have any interest. Therefore, the company get a money without interest. So when the company but
At the same time, the companies grows, economies grows, lot of ifs and buts. ਲੋਕਾਂ ਨੂੰ ਜੋਬਾਂ ਮਿਲਦੀਆਂ, ਕੰਪਨੀਆਂ ਗਰੋ ਕਰਦੀਆਂ, because any country in the world ਨੈਕਸਟ ਵੀਕ ਕੀ ਹੋਏਗਾ? ਵਾਟ ਦ ਐਕਸਪੈਕਟੇਸ਼ਨ ਨੈਕਸਟ ਵੀਕ? ਤੇ ਲਾਸ ਹੋਰ ਜਾਏਗਾ, ਡਾਊਨ ਜਾਏਗਾ? ਅਡਾਨੀ ਨੇ ਕੀ ਕੀਤਾ? ਉਹ ਮਿਸਟੇਕ ਕੀਤੀ ਹੈ? ਕੀ ਕੀਤਾ ਅਡਾਨੀ ਨੇ? ਅਡਾਨੀ ਨੇ ਕੋਈ ਗਲਤ ਕੰਮ ਕੀਤਾ ਹੈ? ਵਿਚਾਰਾ ਠੀਕ ਹੀ ਕੰਮ ਕਰ ਰਿਹਾ ਅਡਾਨੀ। ਨਹੀਂ, ਦੇਖੋ ਜਿਹੜਾ ਗ੍ਰੀਡ ਦਾ ਜਿਹੜਾ ਪ੍ਰੈਜ਼ੈਂਟ ਈਰਾ ਹੈ ਨਾ, ਗ੍ਰੀਡ ਹੈ ਇਹਦੇ। ਸੰਧੂ ਸਾਹਿਬ ਉੱਪਰ ਪੁੱਛ ਰਹੇ ਨੇ ਵੀ ਸਾਨੂੰ ਸਮਝ ਨਹੀਂ ਆ ਰਹੀ, ਲੰਬਾ ਚੌੜਾ। ਹਾਂਜੀ ਪਿਸ਼ੌਰਾ ਸਿੰਘ ਜੀ, ਤੁਸੀਂ ਚਲੋ ਇਹਨਾਂ ਪੁੱਛੋ ਇਹਨਾਂ ਨੂੰ। ਪਿਸ਼ੌਰਾ ਸਿੰਘ ਜੀ, ਮੇਰੇ ਖਿਆਲ ਹੈ ਕਿ ਆਪਾਂ ਜਿਸ ਤਰ੍ਹਾਂ ਬਹੁਤ ਪਹਿਲਾਂ ਨੌਲੇਜ ਕਿਹਾ ਹੈ ਕਿ ਇਹਨਾਂ ਨੂੰ। ਆਪਾਂ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਕਿ ਵੀ ਹੈਵ ਓਨਲੀ ਸੀਨ ਦਾ ਵਨ ਸਾਈਡਡ ਸਟੋਰੀ। ਹਾਲੇ ਇਹਦੀ ਰਿਬਟਲ ਜਿਹੜੀ ਆ ਉਹਨਾਂ ਵੱਲੋਂ ਜਿਹੜੇ 80 ਜਾਂ 88 ਕੁਐਸਚਨ ਉਹਨਾਂ ਨੇ ਕੀਤੇ ਨੇ ਹਿੰਡਨਬਰਗ ਨੇ, ਉਹਦਾ ਜਿਹੜੀ ਆ ਉਹ ਇਹਨਾਂ ਵੱਲੋਂ ਜਿਹੜੀ ਆ ਉਹਦਾ ਜਵਾਬ ਜਿਹੜਾ ਉਹ ਆਉਣਾ। ਇਹ ਵਰਡਿਕਟ ਜਿਹੜਾ ਇਟ ਇਜ਼ ਸਟਿਲ देयर। ਸੋ ਉਹਨਾਂ ਦਾ ਰਿਬਟਲ ਤੋਂ ਬਾਅਦ ਜਿਹੜਾ ਨਾ ਆਪਾਂ ਕੋਈ ਫੈਸਲਾ ਕਰ ਸਕਦੇ ਹਾਂ, ਹਾਊ ਡੂ ਦੇ ਜਸਟੀਫਾਈ ਦਿਸ ਵੀ ਵਾਟ ਹੈਜ਼ ਹੈਪਨਡ on the scene. It looks be it is a simple question of alleged accounting fraud and brazen stock manipulation, ਜਿਸ ਤਰ੍ਹਾਂ ਗੁਪਤਾ ਸਾਹਿਬ ਪ੍ਰੋਫੈਸਰ ਸਾਹਿਬ ਫਰਮਾ ਰਹੇ। ਪਰ ਮੈਂ I just want to move on। ਰੁਪਿੰਦਰ ਨੇ ਬੜਾ ਦਿਲਚਸਪ ਸਵਾਲ ਇੱਕ ਖੜਾ ਕਰ ਦਿੱਤਾ ਇਹਦੇ ਵਿੱਚ ਕਿ ਬੇਸ਼ੱਕ ਇਹ ਜਿਹੜਾ ਇੰਟਰਨੈਸ਼ਨਲ ਕ੍ਰਾਈਸਿਸ ਹੁਣ ਖੜਾ ਹੈ, ਜਿਸ ਤਰ੍ਹਾਂ ਗੁਪਤਾ ਸਾਹਿਬ ਨੇ ਆਖਿਆ, ਇਟਸ ਨਾਟ ਇੰਡੀਅਨ ਕ੍ਰਾਈਸਿਸ, ਇਟਸ ਇੰਟਰਨੈਸ਼ਨਲ ਵਨ। ਤੇ ਉਹ ਜਿਹੜਾ ਇਹ ਖੜਾ ਹੋ ਗਿਆ, ਇਹਦਾ ਵਰਡਿਕਟ ਹਾਲੇ ਆਉਣਾ ਹੈ। ਪਰ ਜਿਹੜਾ ਵਰਡਿਕਟ ਹੋਰ ਆ ਚੁੱਕਾ ਇੰਡੀਆ ਵਿੱਚ ਅਗੇਂਸਟ ਅਦਾਨੀਸ, ਉਹ ਬਹੁਤ ਆ ਚੁੱਕਾ ਆ। ਦੈਟ ਵਾਜ਼ ਡਿਊਰਿੰਗ ਦੀ ਕਿਸਾਨ ਅੰਦੋਲਨ। ਔਰ ਉਹਦੇ ਵਿੱਚ ਜਿਹੜਾ ਨਾ ਦੇ ਹੈਡ ਨੋ ਲੈਗਸ ਟੂ ਸਟੈਂਡ ਅਪਨ। ਜਿਹੜੇ ਅਦਾਨੀ ਦੀ ਪਾਲਿਸੀ ਦੇ ਨਾਲ ਸਾਰਾ ਕੁਝ ਹੋ ਰਿਹਾ ਸੀ, ਉਹ ਦੈਟ ਹੈਜ਼ ਬੀਨ ਚੈਲੰਜਡ ਐਂਡ ਦੈਟ ਹੈਜ਼ ਬੀਨ ਡਿਫੀਟਡ। ਔਰ ਉਹ ਸਾਰੇ ਲਾਜ਼ ਜਿਹੜੇ ਆ ਉਹ ਵਾਪਸ ਹੋ ਚੁੱਕੇ ਆ। ਸੋ ਉਹਦੇ ਵਿੱਚ ਜਿਹੜਾ ਇੰਜ ਲੱਗਦਾ ਸੀ ਵੀ ਹੁਣ ਹਵਾ ਜਿਹੜੀ ਆ, ਬੇਸ਼ੱਕ ਇਹਨਾਂ ਦੇ emoluments ਨੇ, ਜਿਹੜੇ ਸ਼ੇਅਰ ਜਿਹੜੇ ਆ ਉਹ ਇਹਨਾਂ ਦੀ ਪ੍ਰਾਪਰਟੀਜ਼ ਜਿਹੜੀਆਂ ਦੇ ਵਰ ਸੋਰਿੰਗ ਐਂਡ ਹੀ ਵਾਸ ਬਿਕਮਿੰਗ ਦਾ ਨੰਬਰ 1 guy in the world। ਪਰ ਦੂਜੇ ਪਾਸੇ ਇਹਨਾਂ ਦੇ ਪਪੂਲੈਰਿਟੀ ਤੇ ਜਿਹੜਾ ਉਹ ਐਥਿਕ ਦਾ ਸਵਾਲ ਸੀ, ਉਹਦਾ ਕਰਵ ਜਿਹੜਾ ਨਾ ਉਹ ਹਿੰਦੁਸਤਾਨ ਦੇ ਵਿੱਚ ਜਿਹੜਾ ਉਹ ਬੜਾ ਡਿੱਗਿਆ। ਔਰ ਕਿਸਾਨਾਂ ਨੇ ਔਰ ਉਸ ਚੇਤਨਾ ਨੇ ਉਹਦੇ ਵਿੱਚ ਬਹੁਤ ਵੱਡੀ ਢਾਲ ਲਾਈ। ਰੁਪਿੰਦਰ ਨੇ ਜਿਹੜਾ ਸਵਾਲ ਖੜਾ ਕੀਤਾ, ਮੈਂ ਵਾਪਸ ਉਹ ਤੇ ਆਉਣਾ ਚਾਹੁੰਦਾ। ਉਹਨਾਂ ਨੇ ਕਿਹਾ ਸੀਗਾ ਕਿ ਕੀ ਇਹ ਇਸ ਕਰਕੇ ਤੇ ਨਹੀਂ ਕਿ ਬੀਜੇਪੀ ਜਿਹਨਾਂ ਦਾ ਇਹ ਪੈਟ ਫਰੈਂਡ ਸੀ, ਉਹ ਹੀ ਹੁਣ ਇਹਨੂੰ ਇਹ ਤੋਂ ਬੈਕਆਊਟ ਕਰ ਰਿਹਾ ਕਿਉਂਕਿ ਇਲੈਕਸ਼ਨਸ ਆ ਰਹੀਆਂ। ਸੋ ਦੇ ਵਾਂਟ ਟੂ ਕਲੀਨ देयर ਇਮੇਜ ਐਂਡ ਦੇ ਵਾਂਟ ਟੂ ਸ਼ੈਡ ਜਿਹੜੇ ਵੀ ਉਹਨਾਂ ਦੇ ਨੈਗੇਟਿਵ ਇਸ ਤਰ੍ਹਾਂ ਦੀ ਪਰਸੈਪਸ਼ਨਸ ਨੇ ਜਾਂ ਫਰੈਂਡਸ ਨੇ ਜਿਨ੍ਹਾਂ ਕਰਕੇ ਉਹ ਇਲੈਕਸ਼ਨ ਹਾਰ ਸਕਦੇ ਆ, ਉਹ ਦੇ ਵਾਂਟ ਟੂ ਸ਼ੈਡ them। So it's a very interesting question। ਪਰ ਮੈਂ ਕਹਿੰਦਾ before the discussion goes in that direction, ਮੈਂ ਕਹਿੰਦਾ ਵੀ ਕੁਛ ਵੀ ਹੋਵੇ, ਭਾਵੇਂ ਇਲੈਕਸ਼ਨ ਕਰਕੇ ਹੀ ਹੋਇਆ, ਜਿਹੜਾ ਉਹਨਾਂ ਨੇ ਏਡੇ ਵੱਡੇ ਸਕੈਂਡਲ ਨੂੰ ਐਕਸਪੋਜ਼ ਕਰਨ ਵਾਸਤੇ ਇਜਾਜ਼ਤ ਦਿੱਤੀ ਹੈ ਜਾਂ ਹਾਲੇ ਤੱਕ ਉਹਨਾਂ ਨੇ ਕੁਝ ਨਹੀਂ ਆਖਿਆ ਜਾਂ ਕੁਝ ਵੀ ਉਹਨਾਂ ਡਿਫੈਂਡ ਨਹੀਂ ਕੀਤਾ, ਇਟਸ ਅ ਗੁੱਡ ਓਮਨ, ਇਟਸ ਅ ਗੁੱਡ ਸਾਈਨ and it's a great news for the economy of India and the rest of the world also। Probably the other corporations will take a lesson from it। ਵੀ ਇਹ ਜਿਹੜਾ ਇਹ ਸਕੈਂਡਲ ਨੇ ਜਿਹੜੇ ultimately they will be found out। Thank you। ਚੀਮਾ ਸਾਹਿਬ, ਪਿਸ਼ੌਰਾ ਜੀ, ਮੈਂ ਪਿਸ਼ੌਰਾ ਜੀ, ਇਹ ਕੋਈ ਫਿਨੋਮੀਨਾ? ਪਹਿਲੀ ਗੱਲ ਹੈ ਕਿ ਇੰਡੀਆ ਦਾ 6% 4% ਪੋਪੂਲੇਸ਼ਨ ਆ ਸ਼ੇਅਰਾਂ 'ਚ ਇਨਵੈਸਟ ਕਰਦੀ ਹੈ। ਦੂਜੀ ਗੱਲ ਇਹ ਹੈ ਕਿ ਇਹ ਫਿਨੋਮੀਨਾ ਇੰਡੀਆ ਦਾ ਨਹੀਂ ਹੈ, ਕਿਉਂਕਿ ਇੰਡੀਆ 'ਚ ਕਾਰਪੋਰੇਟ ਸਟਰਕਚਰ ਡਿਵੈਲਪ ਹੋ ਰਿਹਾ ਤੇ ਫਿਨੋਮੀਨਾ ਰਾਈਜ਼ ਹੋ ਰਿਹਾ। ਪਹਿਲਾਂ ਵੀ ਹੁੰਦਾ ਸੀ, ਪਰ ਕਿਉਂਕਿ ਹੁਣ ਲਾਰਜ ਸਕੇਲ ਤੇ ਕਾਰਪੋਰੇਟ ਕਲਚਰ ਡਿਵੈਲਪ ਹੋਇਆ ਤੇ ਇਹਦੇ 'ਚ ਕਾਫੀ ਅਮਰੀਕਨ ਕੰਪਨੀਆਂ ਦੇ ਬੜੇ ਹੈਡ ਫੰਡ ਵਾਲੇ ਉਹ ਇਨਵੋਲਵ ਨੇ, ਉਹ ਬਾਈ ਕਰਦੇ ਨੇ, ਉਹ ਸੈਲ ਕਰਦੇ ਨੇ। ਆਪਾਂ ਵੇਟ ਕਰਦੇ ਹਾਂ ਵੀ ਇਹਦਾ ਵਰਡਿਕਟ ਕੀ ਹੁੰਦਾ। ਜਿਹੜਾ ਰੂਪੀ ਨੇ ਕੁਐਸਚਨ ਕੀਤਾ, ਜਿਹੜਾ ਮੈਂ ਦੁਬਾਰਾ ਉਹਨੂੰ ਲਿਆ ਰਿਹਾ ਕਿ ਕੀ ਬੀਜੇਪੀ ਜਿਹੜੀ ਹੈ they are interested in it also to getting it exposed and they are going away from these Adanis and these groups which are become so unpopular or becoming more and more unpopular। That is the question I want you to focus on। ਪਿਸ਼ੌਰਾ ਸਿੰਘ, ਜੇ ਜਦੋਂ ਮੈਂ ਤੇ ਬੋਲਦਾ, ਜਿਹੜਾ ਤੁਸੀਂ ਓਪੀਨੀਅਨ ਦੇ ਰਹੇ ਇਸ ਇਸ਼ੂ ਤੇ, ਮੈਂ ਉਹਦੇ ਨਾਲ ਨਹੀਂ ਐਗਰੀ ਕਰਦਾ ਕਿ ਬੀਜੇਪੀ ਪਾਰਟੀ ਕਦੇ ਵੀ ਇਹ ਨਹੀਂ ਕਰੂਗੀ। ਪਹਿਲੀ ਗੱਲ, ਇਹ ਆਪਣੀ ਪਰਸੈਪਸ਼ਨ ਆਪਾਂ ਸੋਚਦੇ ਅਡਾਨੀ ਇੰਨਾ ਬਦਨਾਮ ਜਾਂ ਉਹਦੀ ਚੇਤਨਾ ਦੀ ਗੱਲ ਕਰੀਏ, ਇੰਨਾ ਉੱਤੇ ਅਸਰ ਨਹੀਂ। ਉਹਨਾਂ ਨੂੰ ਪਤਾ ਕਿ ਉਹ ਜਦੋਂ ਮੋਦੀ ਆ ਤਾਂ ਅਡਾਨੀ ਦੇ ਟ੍ਰੀਟ ਐਜ਼ ਅ ਸੇਮ ਪਰਸਨ, ਉਹਨਾਂ ਦਾ ਕੋਈ ਬਹੁਤਾ ਫਰਕ ਨਹੀਂ ਦੇਖਦੇ ਹੈਗੇ।
ਹੋ ਗਿਆ ਤੇ ਮੋਦੀ ਦੀ ਅਜੇ ਪਪੂਲੈਰਿਟੀ ਹੈਗੀ ਹੈ ਜਿਵੇਂ ਮਰਜ਼ੀ ਹੈ, ਚਾਹੇ ਆਪੋਜੀਸ਼ਨ ਲੈਕ ਆਫ ਆਪੋਜੀਸ਼ਨ ਜਿਵੇਂ ਮਰਜ਼ੀ ਉਹਦੀ ਹੈਗੀ ਹੈ ਜਾਂ ਜੋੜ ਤੋੜ। ਮੈਂ ਅੱਜ ਇੱਕ ਵੀਡੀਓ ਵੀ ਸੁਣਿਆ ਸੀਗਾ, ਇੱਕ ਮਿੰਟ, ਜਿਹੜਾ ਹੁਣ ਪਿੱਛੇ ਮੋਦੀ ਦਾ ਕੁਐਸਚਨ ਆ, ਜਿਹੜਾ ਮੋਦੀ ਕੁਐਸਚਨ ਵਾਲੀ ਵੀਡੀਓ ਸੀ, ਉਹ ਤੇ ਉਹਨੇ ਕਿਹਾ, ਬਾਹਰਲਾ ਬੰਦਾ ਸੀ ਉਹ ਜਨਰਲ ਸਾਰਾ ਕਰਕੇ ਇਹਦਾ ਸਟੱਡੀ ਕਹਿੰਦਾ 3 ਵਾਰੀ ਕੀਤੀ ਆ ਕਰ, ਪਰ ਕਹਿੰਦਾ ਇਹ ਦੇਖਣੀ ਜ਼ਰੂਰ ਚਾਹੀਦੀ, ਪਰ ਕਹਿੰਦਾ ਜਿਹੜੀ ਚੀਜ਼ ਮੈਂ ਐਨਾਲਾਈਜ਼ ਕੀਤੀ ਹੈ ਕਿ ਮੋਦੀ ਬਹੁਤ ਪਾਵਰਫੁਲ, ਵਰਲਡ ਦਾ ਪਾਵਰਫੁਲ ਬੰਦਾ, ਵੱਡੇ ਵੱਡੇ ਬਰਾਬਰ। ਸੋ ਉਹਨੇ ਆਪਣੀ ਇੰਡੀਆ 'ਚ ਘੱਟੋ ਘੱਟ ਫਿਲਹਾਲ ਆਪਣੀ ਗ੍ਰਿਪ ਇੰਨੀ ਕੁ ਬਣਾਈ ਹੈ ਤੇ ਅਡਾਨੀ ਨੂੰ ਵੱਖ ਕੇ। ਸੋ ਬੀਜੇਪੀ ਜਾਂ ਗੌਰਮੈਂਟ ਦਾ ਕੋਈ ਵੀ ਬੰਦਾ ਇਹਨੂੰ ਡਾਊਨ ਕਰਨ ਦੀ ਕੋਸ਼ਿਸ਼ ਨਹੀਂ ਕਰਿਆ ਵੀ ਡਾਊਨ ਕਰਕੇ ਸ਼ਾਇਦ ਉਹਨਾਂ ਨੂੰ ਗੇਨ ਹੋ ਜਾਏਗਾ। ਜੇ ਡਾਊਨ ਕਰਨਗਾ ਦੇ ਵਿਲ ਬੀ ਲੂਜ਼ਰ। ਇਸ ਕਰਕੇ ਮੈਂ ਇਹਨਾਂ ਨੂੰ ਸਹਿਮਤ ਨਹੀਂ ਇਸ ਵਿਚਾਰ। ਚੀਮਾ ਸਾਹਿਬ, ਮੇਰਾ ਇਹ ਓਪੀਨੀਅਨ ਨਹੀਂ ਗਾ, ਮੈਂ ਇਹ ਕੁਐਸਚਨ ਰਿਪੀਟ ਕੀਤਾ ਜਿਹੜਾ ਰੁਪਿੰਦਰ ਉਹਨਾਂ ਨੇ ਕਿਹਾ, is it possible ਕਿ ਬੀਜੇਪੀ ਜਿਹੜੀ ਆ, ਵੇਖੋ, if they have to win the election of 2024 they have to clean their image. You have to admit that ਕਿ ਉਹਨਾਂ ਦਾ ਜਿਹੜਾ image ਜਿਹੜਾ ਨਾ that has been tarnished, ਔਰ ਇਹਦੇ ਖਿਲਾਫ ਜਿਹੜਾ ਆਪੋਜੀਸ਼ਨ ਜਿਹੜੀ ਆ ਉਹ ਬੜਾ ਵੱਡਾ ਜਹਾਜ਼ ਜਿਹੜਾ ਉਹ ਅੱਗੇ ਵੀ ਚੱਲੇਗਾ। So they have to, ਸਾਰੀਆਂ ਪਾਰਟੀਆਂ ਨੇ ਜਿਸ ਤਰ੍ਹਾਂ they are doing the introspection and cleaning their house. So ਰੂਪੀ ਦਾ ਸਵਾਲ so far as I understand is ਕਿ ਕੀ ਇਹ ਉਹਨਾਂ ਦੀ ਰਾਇਤ ਨਹੀਂ ਕਿ ਆਪਣਾ ਕਲੀਨ ਇਮੇਜ ਕਰਨ ਵਾਸਤੇ ਅਸੀਂ ਉਹਨਾਂ ਲੋਕਾਂ ਨੂੰ ਥੋੜਾ ਜਿਹਾ ਦੂਰ ਕਰ ਦਈਏ ਜਿਨ੍ਹਾਂ ਕਰਕੇ ਸਾਨੂੰ ਅਸੀਂ ਵੀ ਡੁੱਬ ਜਾਵਾਂਗੇ। That is the question, but that was not my opinion ਜਿਹੜਾ ਤੁਸੀਂ ਆਖਿਆ। Okay, ਨਹੀਂ, ਮੈਂ ਸਮਝਦਾ ਪਸ਼ੌਰਾ ਜੀ ਕਿ ਐਜ਼ ਅ ਕੰਟਰੀ ਆਮ ਬੰਦਾ ਇਹਦੇ ਨਾਲ ਅਫੈਕਟਡ ਨਹੀਂ ਹੈ। ਪਹਿਲੀ ਗੱਲ, ਇੰਡੀਆ 'ਚ 96% ਲੋਕ ਸ਼ੇਅਰਾਂ 'ਚ ਇਨਵੈਸਟਡ ਨਹੀਂ ਹੈ। ਸੋ ਇਸ ਕਰਕੇ ਇੰਡੀਅਨ ਪੋਲਿਟਿਕਸ 'ਚ ਇਹਦਾ ਬਹੁਤ ਜ਼ਿਆਦਾ ਮੇਜਰ ਇਫੈਕਟ ਪਏਗਾ, ਮੈਨੂੰ ਨਹੀਂ ਲੱਗਦਾ ਕੋਈ, ਕਿਉਂਕਿ ਇੰਡੀਆ ਦਾ ਜਿਹੜਾ ਪੋਲਿਟਿਕਸ ਹੈ ਨਾ ਉਹ ਡਿਫਰੈਂਟ ਸੋਸ਼ਲ ਬੇਸ ਤੇ, ਡਿਫਰੈਂਟ ਕੰਟਰਾਡਿਕਸ਼ਨ ਤੇ ਬੇਸਡ ਹੈ। ਗੁਪਤਾ ਜੀ, ਸਵਾਲ ਪਰਸੈਪਸ਼ਨ ਦਾ, ਇਟਸ ਨਾਟ ਪਰਸੈਪਸ਼ਨ। ਮੈਂ ਗੱਲ ਕਰ ਰਿਹਾ ਕਿ ਪਰਸੈਪਸ਼ਨ ਜਿਹੜੀ ਆ ਉਹ ਇਸ ਵੇਲੇ, ਕਿਉਂਕਿ ਬੀਜੇਪੀ ਇਜ਼ ਵੈਰੀ ਕਲੋਜ਼ਲੀ ਐਸੋਸੀਏਟਡ ਵਿਦ ਦਿਸ ਗਰੁੱਪ ਐਂਡ ਦਿਸ ਗਰੁੱਪ ਇਜ਼ ਨਾਟ ਵੈਰੀ ਪਪੂਲਰ ਇਨ ਇੰਡੀਆ ਐਟ ਦ ਟਾਈਮ, ਸਪੈਸ਼ਲੀ ਆਫਟਰ ਦ ਕਿਸਾਨ ਅੰਦੋਲਨ। ਦੈਟ ਇਜ਼ ਮਾਈ ਪੁਆਇੰਟ। ਨਹੀਂ ਪਸ਼ੌਰਾ ਜੀ, ਦੂਜਾ ਪੁਆਇੰਟ ਇਹ ਹੈ ਕਿ ਮੇਰੇ ਭਰਾ ਸਾਰੇ ਨਾ ਬੀਜੇਪੀ ਦੇ ਕੱਟੜਪੰਥੀ ਹੈ। ਇਹਨਾਂ ਨੂੰ ਪਤਾ ਹੀ ਨਹੀਂ ਅਡਾਨੀ ਦੇ ਸ਼ੇਅਰ ਕੀ ਹੈ, ਇਹ ਸਿਰਫ TV2 ਹੀ ਸੁਣ ਲੈਂਦੇ ਨੇ ਵੀ ਅਡਾਨੀ ਦੇ ਸ਼ੇਅਰ ਗਿਰ ਗਏ। ਇਸ ਕਰਕੇ ਇਹਦਾ ਕੋਈ ਮੇਜਰ ਪੋਲੀਟੀਕਲ ਇੰਪੈਕਟ ਨਹੀਂ ਹੈ ਇੰਡੀਆ ਦੇ ਸੀਨ 'ਚ। ਚਲੋ, ਇਹ ਸਟਾਕ ਮਾਰਕੀਟ 'ਚ ਲੋਕਾਂ ਦੇ ਪੈਸੇ ਡੁੱਬ ਗਏ, ਇਹ ਠੀਕ ਹੈ, 4-5% ਲੋਕ ਇਨਵੈਸਟ ਕਰਦੇ ਨੇ, ਸ਼ੇਅਰ ਖਰੀਦ ਲਏ, ਵੇਚ ਲਏ। ਸੋ ਆਈ ਥਿੰਕ ਕੋਈ ਮੇਜਰ ਇੰਪੈਕਟ ਨਹੀਂ ਪੈਣਾ। ਗੁਪਤਾ ਸਾਹਿਬ, ਵੀ ਆਰ ਟਾਈਮ ਅਬਾਊਟ ਇੰਟਰਨੈਸ਼ਨਲ ਲੈਵਲ ਦੇ ਉੱਪਰ ਇੰਡੀਆ ਦੀ ਪੋਜੀਸ਼ਨ ਕਿੱਥੇ ਹੈ, ਕਿਉਂਕਿ ਮੋਦੀ ਸਾਹਿਬ ਅਕਸਰ ਨੂੰ ਵਰਲਡ ਦੇ ਵਿੱਚ ਡੈਮੋਕ੍ਰੇਟਿਕ ਕੰਟਰੀ ਆ, ਉਸ ਪਤਾ ਕੀ ਗੱਲ ਹੈ, ਜਿਹੜੀ ਇਹ ਰਿਸਰਚ ਕੀਤੀ ਆ ਨਾ ਬਹੁਤ ਡੀਪਲੀ 2 ਸਾਲ ਲਾ ਕੇ ਕੀਤੀ ਹੈ ਉਹਨੇ, ਤਾਂ ਕੱਲੀ ਚੀਜ਼ ਇਹਨਾਂ ਪੜ੍ਹਨ ਨੂੰ ਵੀ ਤੁਹਾਨੂੰ ਬਹੁਤ ਟਾਈਮ ਲੱਗ ਗਿਆ। ਕੋਈ 15-20 ਪੇਜ ਹੈਗੇ ਨੇ ਅਲੱਗ-ਅਲੱਗ। 5 ਕੰਪਨੀਆਂ ਜਿਹੜੀਆਂ ਵੀ 7 ਕੰਪਨੀਆਂ ਨੇ ਜਿਹੜੀਆਂ ਉਹਨਾਂ ਦੇ ਉੱਪਰ ਪੂਰਾ ਉਹ ਥੱਲੇ ਸ਼ੇਅਰ ਡਾਊਨ ਚਲੇ ਜਾ ਚੁੱਕੇ ਨੇ। ਉਹਨਾਂ ਨੇ ਇਹ ਲਿਖਿਆ ਹੈਗਾ ਕਿ ਜਿਹੜੇ ਗਰੁੱਪ ਆ, ਟੌਪ ਰੈਂਕ ਗਰੁੱਪ ਨੇ ਜਿਹੜਾ ਇਹਦੇ 20 ਬੰਦਿਆਂ ਦੇ ਵਿੱਚੋਂ 8 ਤੋਂ 10 ਬੰਦੇ ਇਹਨਾਂ ਦੇ ਆਪਦੇ ਬੰਦੇ ਕੰਟਰੋਲ ਕਰਦੇ ਆ, ਜਿਨ੍ਹਾਂ ਦੇ ਵਿੱਚੋਂ ਇਹਨਾਂ ਦੇ ਅਡਾਨੀ ਦੇ ਜੰਗਰ ਬ੍ਰਦਰ ਬੈਠੇ ਆ, ਰਾਜੇਸ਼ ਅਡਾਨੀ, ਫਿਰ ਗੌਤਮ ਅਡਾਨੀ ਦਾ ਜਿਹੜਾ ਐਲਡਰ ਬ੍ਰਦਰ ਆ ਵਿਨੋਦ ਅਡਾਨੀ ਆ, ਫਿਰ ਇਹਦਾ ਬਰੋਲਾ ਬੈਠਾ ਸਮੀਰ ਅਰੋੜਾ। ਉਹਨਾਂ ਨੇ ਕੱਲੇ ਦੀ ਹਿਸਟਰੀ, ਪਿੱਛੇ ਕਿੱਥੇ ਚਾਰਜ ਹੋਏ ਨੇ, ਕੀ ਕੀਤਾ, ਉਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਇਹ ਸਾਰਾ ਕੁਝ ਮੈਨੂਪੂਲੇਟ ਹੋ ਕੇ ਹੋਇਆ। ਇਸ ਕਰਕੇ ਲੋਕਾਂ ਦਾ ਰੀਜ਼ਨ ਸ਼ੇਅਰ, ਤੁਸੀਂ ਕਹਿੰਦੇ ਜੀ ਕੋਈ ਫਰਕ ਨਹੀਂ ਪੈਂਦਾ, ਆਈ ਐਗਰੀ ਵਿਦ ਯੂ, 5-7% ਆ, ਕੋਈ ਗੱਲ ਡੁੱਬ ਵੀ ਜਾਣ, ਕੀ ਫਰਕ ਪੈਂਦਾ, ਏਡਾ ਵੱਡਾ ਕੰਟਰੀ ਆ, ਕਰੋੜਾਂ ਦੀ ਬਾਰ, ਪਰ 5-7% ਵੀ ਬਹੁਤ ਹੁੰਦੇ ਆ, ਕਿਉਂਕਿ ਆਬਾਦੀ ਬਹੁਤੀ ਆ ਨਾ, ਉਹਦੇ ਹਿਸਾਬ ਨਾਲ ਹੀ ਕੰਮ ਚੱਲਣਾ ਨਾ। ਤੁਸੀਂ ਇਹਨਾਂ ਨਾਲ ਕਹੋ 5% ਚੰਗੀ ਆ, ਕਿੰਨੇ ਕੁ ਬੰਦੇ ਕੰਟਰੋਲ ਕਰਦੇ ਆ ਇੰਡੀਆ ਨੂੰ? ਲਿਮਟਡ ਪੀਪਲ। ਸੋ ਚੀਮਾ ਸਾਹਿਬ, ਇਹਨੂੰ ਕਲੋਜ਼ ਕਰ ਦਿਓ ਕਿਸੇ ਤਰੀਕੇ ਨਾਲ। ਹਾਂਜੀ ਗੈਰੀ, ਤੁਸੀਂ ਪਸ਼ੌਰਾ ਸਿੰਘ ਜੀ ਦਾ ਮੈਂ ਪਹਿਲਾਂ ਜਵਾਬ ਉਹੀ ਦਿੱਤਾ ਸੀਗਾ ਵੀ ਤੁਸੀਂ ਜਿਹੜਾ ਕੁਐਸਚਨ ਕੀਤਾ ਮੈਂ ਉਹਦੇ ਨਾਲ ਸਹਿਮਤ ਨਹੀਂ। ਬੀਜੇਪੀ ਨਹੀਂ ਸਮਝੇਗੀ ਜੇ ਇਹਨੂੰ ਆਪਾਂ ਥੱਲੇ ਕਰਾਂਗੇ ਸਾਡਾ ਫਾਇਦਾ ਹੋ ਜਾਏਗਾ, ਉਹ ਇਹਨੂੰ ਡਿਸੋਸੀਏਟ ਨਹੀਂ ਕਰ। ਔਰ ਦੂਜੀ ਗੱਲ, ਇਹਦੀ ਰੈਪੂਟੇਸ਼ਨ ਇੰਨੀ ਮਾੜੀ ਨਹੀਂ ਸੀਗਾ। ਪੰਜਾਬ ਵਾਲੇ ਫਾਰਮਰ ਜਿਹੜੇ ਜ਼ਿਆਦਾ ਚੇਤਨ ਨੇ ਉਹਨਾਂ ਦੇ ਨਜ਼ਰਾਂ 'ਚ ਹੈ, ਬਾਕੀ ਓਵਰਆਲ ਇੰਡੀਆ 'ਚ ਕੋਈ ਬਹੁਤਾ ਫਰਕ ਨਹੀਂ ਪੈਂਦਾ। ਜਿਹਦੇ ਕੋਲ ਪੈਸਾ ਉਹ ਆਪਣੀ ਮੈਨੂਪੂਲੇਟ ਕਰ ਲੈਂਦਾ ਹੈਗਾ। ਸੋ ਦੇ ਆਰ ਜਸਟ ਮੈਨੂਪੂਲੇਟਿੰਗ ਇਸ ਹਿਸਾਬ ਨਾਲ। ਬਾਕੀ ਇੰਡੀਆ ਗਵਰਨਮੈਂਟ ਪਾਵਰਫੁਲ ਹੈਗੀ, ਪਾਵਰਫੁਲ ਇਸ ਕਰਕੇ ਕਿਉਂਕਿ ਵੱਡੀ ਹੈ, ਕੰਟਰੀ ਵੱਡੀ ਹੈ, ਮਾਰਕੀਟ ਹੈਗੀ ਹੈ। ਬਾਹਰ ਦੀਆਂ ਕੰਟਰੀ, USA, USSR, ਰਸ਼ੀਆ ਜੋ ਵੀ ਹੈਗੇ ਆ,
ਇਹ ਮਾਰਕੀਟ ਇੱਥੋਂ ਮਿਲਦੀ ਹੈ, ਇਸ ਕਰਕੇ ਇਹਨਾਂ ਦੀ ਵੈਲਿਊ ਤਾਂ ਪੈਂਦੀ ਹੈ। ਜੋ ਮਰਜ਼ੀ ਗਲਤ ਕਰਨ, ਸਭ ਕੁਝ ਕਰਨ। ਹੁਣ ਜਿਹੜੀ ਇਹਦੀ ਵੀਡੀਓ BBC ਨੇ ਵੀ ਡਾਕੂਮੈਂਟਰੀ ਬਣਾਈ ਹੈ, ਉਹ UK ਵੀ ਡਿਫੈਂਡ ਕਰੀ ਜਾ ਰਿਹਾ ਇਹਨਾਂ ਨੂੰ, USA ਵੀ ਇਹਨਾਂ ਦੀ ਸਾਈਡ ਲਈ ਜਾ ਰਿਹਾ। ਰੀਜ਼ਨ ਕਿਉਂਕਿ ਮਾਰਕੀਟ ਆ, ਕੋਈ ਵੀ ਇਹਨੂੰ ਮਾਰਕੀਟ ਛੱਡਣੀ ਨਹੀਂ ਚਾਹੁੰਦਾ ਹੈਗਾ। ਸੋ ਜਿੰਨੀ ਗੇਮ ਪਲੇਨ ਨੰਬਰਾਂ ਦੇ ਨਾਲ ਖੇਡਦੇ ਨੇ, ਇੰਡੀਆ ਤੋਂ ਵੱਧ ਕੋਈ ਵੀ ਨਹੀਂ ਖੇਡ ਸਕਦਾ। ਹੁਣ ਇਹ ਚਾਹੇ ਕੋਵਿਡ ਦੇ ਵਿੱਚ ਲਾਸ਼ਾਂ ਸੀ, ਹੋਰ ਸੀ, ਟੈਰ ਦੀਆਂ ਲਾਸ਼ਾਂ, ਉਹ ਵੀ ਦਬਾ ਗਏ, ਸਾਰਾ ਕੁਝ ਦਬਾ ਗਏ। ਸਰ ਇਹ ਵੀ ਇਹਨਾਂ ਨੇ ਦਬਾ ਜਾਣਾ। ਜਿਹੜੀ ਚੀਜ਼ ਗਵਰਨਮੈਂਟ ਦੇ ਨਾਲ ਰਿਲੇਟਡ ਹੈ ਉਹਨੂੰ ਕਿਵੇਂ ਕਵਰ ਅਪ ਇਹਨਾਂ ਨੇ ਕਰਨਾ, ਸਾਰਾ ਮੀਡੀਆ ਵੀ ਦੇ ਵਿਲ ਡੂ ਇਟ। ਤੇ ਬਾਕੀ ਬਾਹਰਲੀਆਂ ਕੰਟਰੀਆਂ ਨੂੰ ਵੀ ਇਹਦਾ ਮੈਨੂਪਲੇਟ ਕਰਦਾ, ਕਿਉਂਕਿ ਇਕਨੋਮੀ ਹੈ, ਦੇ ਡਿਪੈਂਡ, ਦੇ ਆਰ ਲੁਕਿੰਗ ਆਫਟਰ ਇੰਡੀਆ ਫਾਰ ਇਕਨੋਮੀ। ਸੌਰਵ ਸਿੰਘ ਜੀ ਕਹਿ ਦਿਓ, ਫਿਰ ਕਲੋਜ਼ ਕਰੀਏ। ਤੁਸੀਂ ਵੇਖੋ, ਦਬਾਈ ਜਾਣ ਵਾਲੀ ਗੱਲ ਜਿਹੜੀ ਹੈ ਨਾ, ਉਹ ਹੁਣ ਆਈ ਥਿੰਕ ਉਹ ਯੁੱਗ ਜਿਹੜਾ ਬਦਲ ਗਿਆ। ਹੁਣ BBC ਦੀ ਜਿਹੜੀ ਰਿਪੋਰਟ ਹੈ ਜਿਹਦਾ ਤੁਸੀਂ ਮੈਂਸ਼ਨ ਕੀਤਾ, ਇਹ ਗੱਲ ਬੜੇ ਚਿਰ ਤੋਂ ਦਬਾਈ ਗਈ ਸੀ ਨਾ, ਉਹ ਹੁਣ ਦੈਟ ਹੈਜ਼ ਕਮ ਅਪ ਇਨ देयर ਫੇਸ। ਉਹਦਾ ਹੁਣ ਜਵਾਬ ਦੇਣਾ ਜਿਹੜਾ ਉਹ ਬੜਾ ਔਖਾ ਹੋ ਰਿਹਾ, ਔਰ ਹੋਵੇਗਾ ਵੀ। ਬੇਸ਼ੱਕ ਦੈਟ ਡਾਕੂਮੈਂਟਰੀ ਹੈਜ਼ ਬੀਨ ਬੈਨ, ਬਟ ਇਟ ਇਜ਼ ਸੀਨ ਬਾਈ एवरीवन। ਯੂਨੀਵਰਸਿਟੀਆਂ 'ਚ ਬੱਚੇ ਵੇਖ ਰਹੇ ਨੇ, ਕਾਲਜਾਂ 'ਚ ਵੇਖ ਰਹੇ ਨੇ, ਇੱਧਰ ਉੱਧਰ ਸਾਰਾ ਕੁਝ ਹੋ ਰਿਹਾ। ਚੀਜ਼ਾਂ ਜਿਹੜੀਆਂ ਦਬਾਈ ਜਾਣ ਵਾਲੀ ਗੱਲ ਹੈ ਨਾ, ਉਹ ਹੁਣ ਉਹ ਯੁੱਗ ਜਿਹੜਾ ਉਹ ਗਿਆ, ਇਟ ਇਜ਼ ਗੋਨ। ਇਹਨੂੰ ਦਬਾਇਆ ਜਾ ਸਕਦਾ, ਬਟ ਹਾਊ ਲੌਂਗ, ਇਹ ਵੀ ਲੋਕਾਂ ਨੇ ਹੁਣ ਵੇਖਣਾ। ਸੋ ਮੈਂ ਇਹ ਕਹਿ ਰਿਹਾ ਕਿ ਪਰਸੈਪਸ਼ਨ ਜਿਹੜੀ ਹੈ, ਜਿਹਦੇ ਨਾਲ ਇਹ ਲੱਗਦਾ ਵੀ ਇਹਨਾਂ ਲੋਕਾਂ ਦਾ ਸਾਥ ਹੈ ਜਿਹੜਾ, ਉਹ ਸਾਨੂੰ ਥੱਲੇ ਨੂੰ ਲੈ ਕੇ ਜਾਵੇਗਾ, ਉਹਦਾ ਫਿਊਚਰ ਨਿਕਾ ਕੋਈ ਹੈਗਾ। ਉਹ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਵੇਖੋ, ਕਿੰਨੇ ਇਹਨਾਂ ਨੇ ਆਪਣੇ ਵੱਡੇ ਜਿਹੜੇ ਆ, ਉਹ ਵੱਡੇ ਵੱਡੇ ਬੋਰਡ ਜਿਹੜੇ ਟੇਢੇ ਕਰ ਦਿੱਤੇ, ਪਾਸੇ ਕਰ ਦਿੱਤੇ, ਜਿਹੜੇ ਸਮਝਦੇ ਸੀ ਵੀ ਇਹਨਾਂ ਤੋਂ ਬਗੈਰ ਕਾਂਗਰਸ ਚੱਲ ਹੀ ਨਹੀਂ ਸਕਦੀ। ਦੇ ਆਰ in the process of cleaning their image. I think I am coming back to Rupinder will probably help me in this one, क्योंकि मैं तो उधर ही question उठा रहा हूँ, क्योंकि because all those parties are cleaning their house. So his question was, is it possible that BJP also wants to clean their image by doing such things, by just giving a blind eye, or if they have done something, let them face the music. We are not going to help them. ਹਾਂ, ਜਸਟ ਇੱਕ ਮਿੰਟ। ਇਸੇ ਜਵਾਬ 'ਚ ਮੈਂ ਕਿਹਾ ਸੀ, ਹਾਂ ਮੈਂ ਉਸ ਚੀਜ਼ ਐਗਰੀ ਕਰਦਾ ਵੀ ਇਹ ਕਨਸੈਪਟ ਜਿਹੜੀ ਹੈਗੀ ਆ ਉਹ ਪਰਸੈਪਸ਼ਨ ਨਹੀਂ ਹੈਗੀ ਮੇਰੇ ਹਿਸਾਬ ਨਾਲ। ਦੂਜਾ ਜਿਹੜੀ ਇਹ ਡਾਕੂਮੈਂਟ ਤੁਸੀਂ ਕਿਹਾ ਵੀ ਉਹ ਕਿਵੇਂ ਦਬਾਈ, ਸਰ ਉਹ ਜੋ ਡਾਕੂਮੈਂਟ ਦੇ ਵਿੱਚ ਹੈ, ਇੰਡੀਆ ਸਾਰੇ ਲੋਕਾਂ ਨੂੰ ਪਤਾ, ਬਾਹਰ ਵੀ ਪਤਾ, ਫਿਰ ਵੀ ਉਹ ਦਬਾਈ ਗਏ। ਸੁਪਰੀਮ ਕੋਰਟਾਂ ਤੋਂ ਕਲੀਅਰੈਂਸ ਲੈ ਲਈ ਹੈਗੀ ਹੈ, ਰੈਫਲ ਹੋਇਆ ਸਾਰਾ ਕੁਝ। ਸੁਪਰੀਮ ਕੋਰਟ ਕੋਈ ਕੁਐਸਚਨ ਪੁੱਛਦੇ, ਦੇ ਡੋਂਟ ਆਨਸਰ, ਸ਼ਰਿਆਮ ਕਹਿੰਦੇ ਅਸੀਂ ਨਹੀਂ ਦੇਣਾ ਹੈਗਾ ਜਵਾਬ। ਜਿਹੜੇ ਆਰਡਰ ਕਰਾਣੇ ਸੁਪਰੀਮ ਕੋਰਟ ਤੋਂ ਕਰਾ, ਕਲੀਅਰ, ਉਹ ਗਲਤ ਤਰੀਕਾ ਉਹਨਾਂ ਨੇ ਲਿਆ ਤਾਂ ਕਿ ਕਵਰ ਅਪ ਕੀਤਾ। ਉਹ ਸਿੰਪਲੀ ਕਹਿੰਦੇ ਸਾਨੂੰ ਤਾਂ ਸੁਪਰੀਮ ਕੋਰਟ ਨੇ ਕਲੀਅਰੈਂਸ ਦਿੱਤੀ ਹੋਈ ਹੈ, ਦੇ ਕੁਡ ਹੈਵ, ਦੈਟ ਵਾਸ ਦੀ ਬੈਟਰ ਆਪਸ਼ਨ ਫॉर them। ਉੱਥੇ ਉਹ ਗਲਤ ਹੋ ਗਏ, ਅਦਰਵਾਈਜ਼ ਦੇ ਕੈਨ ਕਵਰ ਅਪ, ਦੇ ਡੂ ਇਟ। ਚਲੋ ਇੱਕ ਕੁਐਸਚਨ ਆਪਣੇ ਰੂਪੀ ਜੀ ਕਲੋਜ਼ ਕਰੋ। ਹਾਂਜੀ, ਨਹੀਂ ਠੀਕ ਹੈ, ਬਿਲਕੁਲ ਇਹਦੇ ਕਾਫੀ ਹੈ ਨੇ ਪੱਖ। ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹਨਾਂ ਦੇ ਜੋ ਕੁਐਸਚਨ ਪੁੱਟ ਕੀਤੇ ਹੋਏ ਨੇ, ਉਹਨਾਂ ਦਾ ਕੀ ਜਵਾਬ ਆਉਂਦਾ ਤੇ ਕੀ ਰਿਸਪੌਂਸ ਆ ਗਵਰਨਮੈਂਟ ਦਾ, ਤੇ ਉਹਦੇ ਵਿੱਚ ਫਿਰ ਚੀਜ਼ਾਂ ਕਲੀਅਰ ਹੋ ਜਾਣਗੀਆਂ ਵੀ ਇਹ ਕੇਸ ਕਿਸ ਪਾਸੇ ਵੱਲ ਨੂੰ ਜਾ ਰਿਹਾ। ਤੇ ਬਾਕੀ ਸਾਰੇ ਪਾਰਟਿਸਪੈਂਟ ਦਾ ਬਹੁਤ ਬਹੁਤ ਧੰਨਵਾਦ ਆਪਣੇ ਆਪਣੇ ਵਿਚਾਰ ਦੇਣ ਲਈ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ।